यूहन्ना दे प्रकाश दी पोथी उसका पहला बाब। यीशु मसीह दा प्रकाश जिहड़ा परमेश्वर ने अपने दासां नूं विखाउण लई उहनूं दिता, अर्थात ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ, ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ यूहन्ना ਨੂੰ ਉਸ ਦਾ ਪਤਾ ਦਿੱਤਾ ਅਤੇ ਪਰਮੇਸ਼ਰ ਨੇ ਵਚਨ ਦੇ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਨੂੰ ਜੋ ਨੇ ਵੇਖੀਆਂ ਹਨ ਸਾਖੀ ਦਿੱਤੀ। ਧੰਨ ਹੈ ਉਹ ਜਿਹੜਾ ਇਹ ਸੰਗਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਸ ਦੇ ਵਿੱਚ ਲਿਖਿਆ ਹੋਇਆ ਹੈ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਲਿਖ ਤੂੰ यूहन्ना ਅੱਗੇ ਜੋਗ ਹੈ ਉਹਨਾਂ ਸੰਤਾਂ ਕਲੀਸਿਆ ਨੂੰ ਜਿਹੜੀਆਂ ਆਸੀਆ ਵਿੱਚ ਹਨ, ਉਹਦੀ ਵੱਲੋਂ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਉਹਨਾਂ ਸੰਤਾਂ ਆਤਮਿਆਂ ਵੱਲੋਂ ਜਿਹੜੇ ਉਹਦੇ ਸਿੰਘਾਸਨ ਦੇ ਅੱਗੇ ਹਨ, ਨਾਲੇ ਯਿਸੂ ਮਸੀਹ ਦੇ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ, ਅਤੇ ਉਹਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਅਤੇ ਅਸੀਂ ਉਸ ਪਰਮੇਸ਼ਵਰ ਦਾ ਅਤੇ ਇੱਕ ਪਿਤਾ ਦੇ ਜਾਜਕ ਬਣੀਏ ਅਤੇ ਉਸ ਦੀ ਮਹਿਮਾ ਅਤੇ ਪਰਾਕਰਮ ਜੁਗੋ ਜੁਗ ਹੋਵੇ। ਆਮੀਨ। ਵੇਖੋ ਉਹ ਬਦਲਾਂ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ਅਤੇ ਨਾਲੇ ਜਿਨ੍ਹਾਂ ਨੇ ਉਸ ਨੂੰ ਮਿੰਨਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਉੱਤੇ ਪਿੱਟਣਗੀਆਂ। ਹਾਂ, ਆਮੀਨ। ਮੈਂ ਅਲਫਾ ਤੇ ਮੇਗਾ ਹਾਂ, ਇਹ ਆਖਣਾ ਭਈ ਪਰਮੇਸ਼ਰ ਪ੍ਰਭੂ ਹੈ, ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ। ਮੈਂ यूहन्ना ਜੋ ਤੁਹਾਡਾ ਭਰਾ ਤੁਹਾਡੇ ਨਾਲ ਉਸ ਰਲ ਕੇ ਉਸ ਬਿਪਤਾ ਵਿੱਚ, ਉਸ ਰਾਜ ਦੇ ਸਬਰ ਵਿੱਚ ਜੋ ਯਿਸੂ ਮਸੀਹ ਵਿੱਚ ਸਾਂਝੀ ਹੈ, ਪਰਮੇਸ਼ਵਰ ਦੇ ਵਚਨ ਅਤੇ ਯਿਸੂ ਮਸੀਹ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸਾਂ ਜਿਹੜਾ ਪਾਤਮੁਸ ਕਰਕੇ ਸਦੀਂਦਾ ਹੈ। ਅਤੇ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਆਪਣੇ ਆਪ ਦੇ ਪਿੱਛੇ ਤੂਰੀ ਜਿਹੀ ਇੱਕ ਵੱਡੀ ਆਵਾਜ਼ ਇਹ ਆਖਦੀ ਸੁਣੀ, ਭਈ ਜੋ ਤੂੰ ਕੀ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੰਤਾਂ ਦੀਆਂ ਕਲੀਸਿਆਂ ਨੂੰ ਕੱਲ ਦੇ, ਅਰਥਾਤ ਅਫਸੁਸ ਨੂੰ, ਸਮਰੂਨੇ ਨੂੰ, ਪਾਮਗੁਸ ਨੂੰ, ਥੁਆਤੀਰੀਏ ਨੂੰ, ਸਾਰਦਿਸ ਨੂੰ, ਫਿਲਦੀਏ ਨੂੰ ਅਤੇ ਲਾਕੁਦੀਏ ਨੂੰ। ਅਤੇ ਮੈਂ ਉਹਨਾਂ ਦੀ ਆਵਾਜ਼ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭੰਵਿਆ ਅਤੇ ਜਾਂ ਭੰਵਿਆ ਤਾਂ ਸੋਨੇ ਦੇ 7 ਸ਼ਮਾਦਾਨ ਵੇਖੇ ਅਤੇ ਉਹਨਾਂ ਸ਼ਮਾਦਾਨਾਂ ਵਿੱਚ ਮਨੁੱਖ ਦੇ ਪੁੱਤਰ ਦੀ ਨਿਆਈ ਵੇਖਿਆ, ਜਿਹੜਾ ਪੈਰਾਂ ਤਿੱਕਰ ਜਾਮਾ ਪਹਿਨੇ ਅਤੇ ਛਾਤੀ ਦੇ ਦੁਆਲੇ ਸੋਨੇ ਦੀ ਪੇਟੀ ਬੱਧੇ ਹੋਏ ਸੀ। ਉਹਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਤਿਨਾਈ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ ਅਤੇ ਉਸ ਦੀਆਂ ਅੱਖਾਂ ਅਗਨੀ ਦੀਆਂ ਲਾਟ ਵਰਗੀਆਂ ਸਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਨ, ਭਈ ਜਾਣੀਦਾ ਹੈ ਉਹ ਭੱਠੀ ਵਿੱਚ ਤਾਇਆ ਹੋਇਆ ਹੈ। ਅਤੇ ਉਹਦੀ ਆਵਾਜ਼ ਬਾਲੇ ਪਾਣੀਆਂ ਦੀ ਕੂਕ ਵਰਗੀ ਸੀ ਅਤੇ ਉਹਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਲਏ ਹੋਏ ਅਤੇ ਉਹਦੇ ਮੂੰਹ ਵਿੱਚੋਂ ਇੱਕ 2 ਤਾਰੀ ਤਿੱਖੀ ਤਲਵਾਰ ਨਿਕਲਦੀ ਸੀ ਅਤੇ ਉਹਦਾ ਮੁੱਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ਼ ਨਾਲ ਚਮਕਦਾ ਹੈ। ਜਦ ਮੈਂ ਉਹਨੂੰ ਡਿੱਠਾ ਤਾਂ ਉਹਦੇ ਪੈਰੀ ਮੁਰਦੇ ਵਾਂਗੂ ਡਿੱਗ ਪਿਆ, ਤਾਂ ਉਹਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ, ਮੈਂ ਪਹਿਲਾ ਅਤੇ ਪਿਛਲਾ ਹਾਂ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸਾਂ ਔਰ ਵੇਖ ਮੈਂ ਜੁਗੋ ਜੁਗ ਜਿਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਇਸ ਲਈ ਜੋ ਕੁਝ ਤੂੰ ਵੇਖਿਆ ਹੈ ਅਤੇ ਜੋ ਕੁਝ ਹੈ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ, ਅਰਥਾਤ ਉਹਨਾਂ 7 ਤਾਰਿਆਂ ਦਾ ਭੇਤ ਜਿਹੜੇ ਤੇਰੇ ਸੱਜੇ ਹੱਥ ਹਨ ਉਸ ਉੱਤੇ ਡਿੱਠੇ ਹਨ ਅਤੇ ਉਹਨਾਂ 7 ਸੋਨੇ ਸ਼ਮਾਦਾਨਾਂ ਦਾ ਉਹ 7 ਤਾਰੇ 7 ਕਲੀਸਿਆ ਤੇ 7 ਦੂਤ ਹਨ ਅਤੇ ਉਹ 7 ਸ਼ਮਾਦਾਨ 7 ਕਲੀਸਿਆਂ ਹਨ। ਦੂਜਾ ਬਾਬ। ਅਫਸੁਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ, ਭਾਈ ਜਿਹਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੰਤਾਂ ਦੀਆਂ ਸੋਨੇ ਦੀ 7 ਸ਼ਮਾਦਾਨਾਂ ਦੇ ਵਿਚਲੇ ਫਿਰਦਾ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ। ਤੂੰ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ ਅਤੇ ਤੂੰ ਧੀਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਿਮਿਤ ਤੂੰ ਸਹਾਰਾ ਕੀਤਾ ਅਤੇ ਮੈਨੂੰ ਨਾ ਥੱਕਿਆ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ, ਭਾਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੌਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਥਾਂ ਤੋਂ ਹਟਾ ਦਿਆਂਗਾ ਜੇ ਤੂੰ ਤੌਬਾ ਨਾ ਕੀਤੀ। ਅਤੇ ਤੇਰੇ ਵਿੱਚ ਇੰਨਾ ਤਾਂ ਹੈ ਭਾਈ ਤੂੰ ਨਿਕਲੂਆਂ ਦੇ ਕੰਮਾਂ ਤੋਂ ਸੂਖ ਕਰਦਾ ਹੈ, ਜਿਨ੍ਹਾਂ ਤੋਂ ਮੈਂ ਵੀ ਸੂਖ ਕਰਦਾ ਹਾਂ। ਜਿਹਦੇ ਕੰਨ ਹਨ ਸੋ ਸੁਣੇ
ਭਾਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਵ੍ਰਿਕਸ਼ ਵਿੱਚੋਂ ਜੋ ਪਰਮੇਸ਼ਵਰ ਦੇ ਫਿਰਦੌਸ ਵਿੱਚ ਹੈ ਖਾਣ ਨੂੰ ਦਿਆਂਗਾ। ਸਮਰੂਨੇ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਫਿਰ ਜੀ ਪਿਆ, ਅਤੇ ਜਿਹੜਾ ਆਖਦਾ ਹੈ ਮੈਂ ਤੇਰੀ ਬਿਪਤਾ ਅਤੇ ਤੇਰੀ ਗਰੀਬੀ ਨੂੰ ਜਾਣਦਾ ਹਾਂ, ਭਾਵੇਂ ਤੂੰ ਧਨਵਾਨ ਹੈ, ਅਤੇ ਉਹਨਾਂ ਦੇ ਕੁਫਰ ਨੂੰ ਵੀ, ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ, ਸਗੋਂ ਸ਼ੈਤਾਨ ਦੀ ਮੰਡਲੀ ਦੇ ਹਨ, ਅਤੇ ਜਿਹੜੇ ਦੁੱਖ ਤੂੰ ਭੋਗਣੇ ਹਨ ਤੂੰ ਉਹਨਾਂ ਤੋਂ ਨਾ ਡਰੀ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ। ਭਾਈ ਤੁਸੀਂ ਪਰਤਾਏ ਜਾਓ ਅਤੇ ਤੁਸੀਂ ਉਹਨਾਂ 10 ਦਿਨਾਂ ਤੱਕ ਬਿਪਤਾ ਵਿੱਚ ਰਹੋਗੇ। ਤੁਸੀਂ ਮਰਨ ਤੋੜੀ ਵਫਾਦਾਰ ਰਹੋ, ਤਾਂ ਮੈਂ ਤੁਹਾਨੂੰ ਜੀਵਨ ਦਾ ਮੁਕਤ ਦੇਵਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣੇ ਭਾਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਤੋਂ ਉਹਦਾ ਕਦੇ ਵਿਗਾੜ ਨਾ ਹੋਵੇਗਾ। ਪਰਗਮੁਸ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹਦੇ ਕੋਲ 2 ਧਾਰੀ ਤਲਵਾਰ ਹੈ, ਉਹ ਇਹ ਆਖਦਾ ਹੈ ਮੈਂ ਜਾਣਦਾ ਹਾਂ ਜੋ ਤੂੰ ਉੱਥੇ ਵਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ, ਅਤੇ ਅੰਤਿਆਪਾਸ ਜੋ ਮੇਰਾ ਗਵਾਹ ਹੈ ਅਤੇ ਮੇਰਾ ਮਾਤਬਰ ਜਨ ਸੀ, ਜਿਹੜਾ ਤੁਹਾਡੇ ਵਿੱਚ ਉੱਥੇ ਮਰਿਆ ਗਿਆ ਜਿੱਥੇ ਸ਼ੈਤਾਨ ਵਸਦਾ ਹੈ, ਉਹਦੇ ਦਿਨੀ ਤੂੰ ਵੀ ਮੇਰੀ ਨੇਚਾ ਤੋਂ ਇਨਕਾਰ ਨਹੀਂ ਕੀਤਾ। ਪਰ ਤਾਂ ਵੀ ਤੇਰੇ ਤੋਂ ਮੈਂ ਬੜਾ ਚਿੜ ਗਿਲਾ ਹਾਂ। ਭਾਈ ਤੂੰ ਉੱਥੇ ਕੋਲ ਹਨ ਜੋ ਬਿਲਿਆਮ ਦੀ ਸਿੱਖਿਆ ਦੇ ਧਾਰੀ ਹਨ, ਜਿਨ੍ਹੇ ਬਲਾਕ ਨੂੰ ਸਿੱਖਿਆ ਦਿੱਤੀ, ਜੋ ਤੂੰ ਇਸਰਾਏਲ ਦੇ ਵੰਸ਼ ਦੇ ਅੱਗੇ ਗੋਡੇ ਲਾਉਣ ਵਾਲੀ ਵਸਤ ਸੁੱਟ ਦੇਵੇਂ। ਭਾਈ ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮਕਾਰੀ ਕਰਨ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੋਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ, ਅਤੇ ਇਸ ਲਈ ਤੌਬਾ ਕਰ, ਨਹੀਂ ਤਾਂ ਮੈਂ ਕੋਲ ਛੇਤੀ ਤੇਰੇ ਆਵਾਂਗਾ ਅਤੇ ਉਹਨਾਂ ਨਾਲ ਆਪਣਾ ਮੂੰਹ ਤਲਵਾਰ ਦੇ ਨਾਲ ਲੜਾਂਗਾ। ਜਿਹਦੇ ਕੰਨ ਹੋਣ ਸੋ ਸੁਣੇ ਭਾਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਗੁਪਤ ਮੰਨਾਂ ਵਿੱਚੋਂ ਦਿਆਂਗਾ, ਅਤੇ ਜਿਹੜਾ ਇੱਕ ਚਿੱਟਾ ਪੱਥਰ ਦਿਆਂਗਾ, ਅਤੇ ਮੈਂ ਉਸ ਪੱਥਰ ਉੱਤੇ ਇੱਕ ਨਵਾਂ ਨਾਂ ਲਿਖਿਆ ਹੋਇਆ ਹੈ, ਜਿਹਨੂੰ ਉਹਦੇ ਲੈਣ ਵਾਲੇ ਤੋਂ ਹੋਰ ਕੋਈ ਛੁੱਟ ਨਹੀਂ ਜਾਣਦਾ। ਥੁਆਤੀਰੀਏ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਪਰਮੇਸ਼ਵਰ ਦਾ ਪੁੱਤਰ, ਜਿਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ, ਅਤੇ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ ਨੂੰ, ਨੇਚਾ ਨੂੰ, ਸੇਵਾ ਦੇ ਸਬਰ ਨੂੰ ਜਾਣਦਾ ਹਾਂ। ਨਾਲੇ ਇਹ ਵੀ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਗਿਲਾ ਹੈ, ਅਤੇ ਤੂੰ ਉਸ ਦੀ ਵੀ ਇਸਬਲ ਨੂੰ, ਜਿਹੜੀ ਤੇਰੇ ਕੋਲ ਨਾਪ ਨਬੀਆਂ ਨੂੰ ਦੱਸਦੀ ਹੈ, ਚੱਲੀ ਜਾਂਦਾ ਹੈ, ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਹੈ ਅਤੇ ਭਰਮਾਉਂਦੀ ਹੈ, ਅਤੇ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ। ਅਤੇ ਮੈਂ ਉਹਨੂੰ ਵੇਲ ਦਿੱਤਾ ਭਾਈ ਤੌਬਾ ਕਰੇ, ਪਰ ਉਹ ਹਰਾਮਕਾਰੀ ਤੋਂ ਤੌਬਾ ਨਹੀਂ ਕਰਨੀ ਚਾਹੁੰਦੀ। ਵੇਖ, ਮੈਂ ਉਹਨੂੰ ਇੱਕ ਵਿਛੋਣੇ ਉੱਤੇ ਸੁੱਟਦਾ ਹਾਂ, ਅਤੇ ਜਿਨ੍ਹਾਂ ਨੂੰ ਉਹਨੇ ਜਿਹੜੇ ਜਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ। ਅਤੇ ਜੇ ਉਹਨਾਂ ਨੇ ਤੌਬਾ ਨਾ ਕੀਤੀ ਤਾਂ ਮੈਂ ਉਹਨਾਂ ਦੇ ਬਾਲਕਾਂ ਨੂੰ ਮਾਰ ਦਿਆਂਗਾ, ਅਤੇ ਸਾਰੀ ਕਲੀਸਿਆ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਨੂੰ ਜਾਂਚਣ ਵਾਲਾ ਮੈਂ ਹੀ ਹਾਂ। ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ। ਮੈਂ ਤੁਹਾਨੂੰ ਅਰਥਾਤ ਥੁਆਤੀਰੀਏ ਵਿੱਚ ਹੋਰਨਾਂ ਲੋਕਾਂ ਨੂੰ, ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ, ਭਾਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ। ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ, ਮੇਰੇ ਆਉਣ ਤੀਕਰ ਉਸ ਨੂੰ ਤਗੜਾਈ ਨਾਲ ਫੜੀ ਰੱਖੋ। ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੀਆਂ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਿਆਂਗਾ, ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਕੁਮਾਰ ਦੇ ਪਾਂਡਿਆਂ ਦੇ ਚੀਨੀ ਕਰ ਦੇਈਦਾ ਹੈ। ਅਤੇ ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ, ਅਤੇ ਉਹਨੂੰ ਸਵੇਰ ਦਾ ਤਾਰਾ ਦਿਆਂਗਾ। ਜਿਹਦੇ ਕੰਨ ਹਨ ਸੋ ਸੁਣੇ ਭਾਈ ਰੂਹ ਕਲੀਸਿਆ ਨੂੰ ਕੀ ਆਖਦਾ ਹੈ। ਤੀਜਾ ਬਾਪ। ਸਾਰਦਿਸ ਦੀ ਕਲੀਸਿਆ ਦੇ ਦੂਤ ਨੂੰ ਇਹ ਲਿਖ ਛੱਡ, ਭਾਈ ਜਿਹਦੇ ਕੋਲ 7 ਆਤਮੇ ਪਰਮੇਸ਼ਵਰ ਦੇ 7 ਤਾਰੇ ਹਨ, ਉਹ ਇਉਂ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਜੋ ਤੂੰ ਜਿਉਂਦਾ ਕਹਾਉਂਦਾ ਹੈ ਅਤੇ ਹੈ ਮੁਰਦਾ। ਚੌਕਸ ਹੋ ਜਾ, ਅਤੇ ਜੋ ਕੁਝ ਰਹਿ ਗਿਆ ਹੈ, ਭਾਵੇਂ ਮਰਨ ਵਾਲਾ ਹੋਵੇ, ਉਹਨੂੰ ਪੱਕਿਆ ਕਰ, ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਇਸ ਲਈ ਚੇਤੇ ਕਰ, ਭਾਈ ਤੂੰ ਕਿਸ ਬਿਧ ਪ੍ਰਾਪਤ ਕੀਤਾ ਅਤੇ ਸੁਣਿਆ ਹੈ, ਉਸ ਦੀ ਪਾਲਣਾ ਕਰ ਅਤੇ ਤੌਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ, ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ, ਅਤੇ ਮੈਂ ਤੇਰੇ ਉੱਪਰੋਂ ਕਿਹੜੀ ਘੜੀ ਆ ਪਾਵਾਂਗਾ।
ਪਰ ਤੇਰੇ ਕੋਲ ਸਾਰਦਿਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਵਸਤਰ ਨੂੰ ਦਾਗ ਲੱਗਣ ਨਹੀਂ ਦਿੱਤਾ, ਅਤੇ ਉਹ ਉਜਲੇ ਵਸਤਰ ਪਹਿਨ ਕੇ ਮੇਰੇ ਨਾਲ ਫਿਰਨਗੇ, ਅਤੇ ਜਿਸ ਵਿੱਚ ਸੁਜੋਗ ਹਨ ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਇਸ ਪ੍ਰਕਾਰ ਚਿੱਟੇ ਵਸਤਰ ਪਹਿਨਾਏ ਜਾਣਗੇ। ਮੈਂ ਉਹਨਾਂ ਦਾ ਨਾਂ ਜੀਵਨ ਦੀ ਪੋਥੀ ਵਿੱਚ ਕਦੇ ਨਾ ਮੇਟਾਂਗਾ, ਸਗੋਂ ਆਪਣੇ ਪਿਤਾ ਦੇ ਅੱਗੇ ਅਤੇ ਉਸ ਦੇ ਦੂਤਾਂ ਦੇ ਅੱਗੇ ਉਸ ਦੇ ਨਾਂ ਦਾ ਕਰਾਰ ਕਰਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣ ਲਵੇ। ਆਤਮਾ ਕਲੀਸਿਆ ਨੂੰ ਕੀ ਆਖਦਾ ਹੈ? ਫਿਲਦਲਫੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਛੱਡ, ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲ੍ਹਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ, ਅਤੇ ਬੰਦ ਕਰਦਾ ਹੈ ਅਤੇ ਕੋਈ ਖੋਲ੍ਹਦਾ ਨਹੀਂ, ਅਤੇ ਇਉਂ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਬੂਹਾ ਹਾਂ, ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ। ਅਤੇ ਇਸ ਲਈ ਜੋ ਕੁਝ ਤੈਨੂੰ ਸਮਰਥਾ ਹੈ, ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਾ ਕੀਤਾ। ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ, ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਸਗੋਂ ਝੂਠ ਮਾਰਦੇ ਹਨ, ਪਰ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ, ਮੈਂ ਅਜਿਹਾ ਕਰਾਂਗਾ ਭਈ ਉਹ ਆਉਣਗੇ ਅਤੇ ਤੇਰੇ ਪੈਰਾਂ ਅੱਗੇ ਮੱਥਾ ਟੇਕਣਗੇ ਔਰ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ, ਜੋ ਤੂੰ ਮੇਰੇ ਨਾਲ ਧੀਰਜ ਦੀ ਵਚਨ ਦੀ ਰਕਸ਼ਾ ਕੀਤੀ ਹੈ। ਅਤੇ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਉੱਤੇ ਪਰਤਾਉਣ ਦੇ ਸਾਰੇ ਸੰਸਾਰ ਉੱਤੇ ਆਉਣ ਵਾਲਾ ਹਾਂ, ਤੇਰੀ ਰਕਸ਼ਾ ਕਰਾਂਗਾ। ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਇਉਂ ਨਾ ਹੋਵੇ ਭਈ ਤੇਰੇ ਕੋਲ ਕੋਈ ਮੁਕਟ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਵਰ ਦਾ ਨਾਮ, ਆਪਣੇ ਪਰਮੇਸ਼ਵਰ ਦੀ ਨਗਰੀ ਅਤੇ ਨਵੀਂ ਯਰੂਸ਼ਲਮ ਦਾ ਨਾਮ, ਜਿਹੜੀ ਪਰਮੇਸ਼ਵਰ ਦੇ ਵੱਲੋਂ ਉਤਰਦੀ ਹੈ, ਅਤੇ ਆਪਣਾ ਨਾਮ ਉਸ ਉੱਤੇ ਨਾਮ ਲਿਖਾਵਾਂਗਾ। ਅਤੇ ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਲਾਉਦੀਕੀਆ ਦੀ ਕਲੀਸਿਆ ਨੂੰ ਦੂਤ ਇਉਂ ਆਖਦਾ ਹੈ ਕਿ ਲਿਖ ਭਈ ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਵਰ ਦੀ ਸ੍ਰਿਸ਼ਟ ਦਾ ਮੁੱਢ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਭਈ ਤੂੰ ਨਾ ਤਾਂ ਠੰਡਾ ਤੇ ਨਾ ਹੀ ਤੱਤਾ ਹੈ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ, ਸੋ ਤੂੰ ਸੀਲ ਗਰਮ ਹੋ ਜਾ, ਨਾ ਤੱਤਾ ਨਾ ਠੰਡਾ। ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਜੋ ਤੂੰ ਆਖਦਾ ਹੈ ਭਈ ਮੈਂ ਧੰਨਵਾਦ ਹਾਂ ਅਤੇ ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ, ਅਤੇ ਮੈਂ ਨਹੀਂ ਜਾਣਦਾ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨਾ ਅਤੇ ਨੰਗਾ ਹੈ, ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਭਈ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧੰਨਵਾਨ ਹੋ ਜਾਵੇਂ, ਅਤੇ ਚਿੱਟੇ ਵਸਤਰ ਲੈ ਜਾ, ਤਾਂ ਜੋ ਤੂੰ ਆਪਣੇ ਉਦਾਲੇ ਪਾਵੇਂ ਅਤੇ ਤੇਰੇ ਨੰਗੇਜ਼ ਦਾ ਲੱਜਾ ਪ੍ਰਗਟ ਨਾ ਹੋਵੇ। ਅਤੇ ਆਪਣੀ ਅੱਖਾਂ ਵਿੱਚ ਪਾਉਣ ਲਈ ਸੁਰਮਾ ਲੈ, ਭਈ ਤੂੰ ਸੁਜਾਖਾ ਹੋ ਜਾਵੇਂ। ਅਤੇ ਜਿੰਨਿਆਂ ਨਾਲ ਮੈਂ ਪਿਆਰ ਕਰਦਾ ਹਾਂ ਉਨ੍ਹਾਂ ਨੂੰ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਕਾਰਨ ਉਦਮੀ ਬਣ ਅਤੇ ਤੌਬਾ ਕਰ। ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ, ਅਤੇ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਆਪਣਾ ਬੂਹਾ ਖੋਲ੍ਹ ਦੇਵੇ, ਤਾਂ ਮੈਂ ਉਹਦੇ ਕੋਲ ਅੰਦਰ ਆਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਸਿੰਘਾਸਨ ਉੱਤੇ ਉਹ ਆਪਣੇ ਨਾਲ ਬਿਠਾਵਾਂਗਾ, ਅਤੇ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਆਪਣੇ ਪਿਤਾ ਦੇ ਨਾਲ ਉਹਦੇ ਸਿੰਘਾਸਨ ਉੱਤੇ ਬੈਠਾ। ਜਿਹਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਚੌਥਾ ਬਾਬ। ਇਸ ਦੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਆਕਾਸ਼ ਇੱਕ ਬੂਹਾ ਖੁੱਲ੍ਹਾ ਹੋਇਆ ਹੈ, ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੂਰੀ ਜਿਹੀ ਮੇਰੇ ਨਾਲ ਗੱਲਾਂ ਕਰਦੀ ਹੋਈ ਇੱਧਰ ਉਤਾਂ ਨੂੰ ਆ ਚੜੀ, ਅਤੇ ਜੋ ਕੁਝ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ। ਅਤੇ ਉਵੇਂ ਹੀ ਆਤਮਾ ਵਿੱਚ ਆਇਆ ਤਾਂ ਕੀ ਵੇਖਦਾ ਹਾਂ ਭਈ ਸਵਰਗ ਵਿੱਚ ਇੱਕ ਸਿੰਘਾਸਨ ਧਰਿਆ ਹੋਇਆ ਹੈ, ਅਤੇ ਉਸ ਸਿੰਘਾਸਨ ਉੱਤੇ ਕੋਈ ਵਿਰਾਜਮਾਨ ਹੈ, ਅਤੇ ਜਿਹੜਾ ਵਿਰਾਜਮਾਨ ਹੈ ਸੋ ਵੇਖਣ ਵਿੱਚ ਧੂਖਰਾਜ ਅਤੇ ਕੀਕ ਪੱਥਰ ਵਰਗਾ ਹੈ, ਅਤੇ ਸਿੰਘਾਸਨ ਦੇ ਦੁਆਲੇ ਮੇਘ ਤੁਣਕ ਹੈ ਜੋ ਵੇਖਣ ਨੂੰ ਪੰਨੇ ਦੇ ਨਿਆਈ ਹੈ, ਅਤੇ ਸਿੰਘਾਸਨ ਦੇ ਦੁਆਲੇ 24 ਗੱਦੀਆਂ ਹਨ, ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਹੋਏ ਅਤੇ ਉਹਨਾਂ ਗੱਦੀਆਂ ਉੱਤੇ ਬੈਠੇ ਹੋਏ ਡਿਠਾ। ਅਤੇ ਸਿੰਘਾਸਨਾਂ ਵਿੱਚੋਂ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ, ਅਤੇ ਸਿੰਘਾਸਨਾਂ ਦੇ ਮੂਹਰੇ ਅੱਗ ਦੇ 7 ਦੀਵੇ ਪਏ ਬਲਦੇ ਸਨ, ਜਿਵੇਂ ਪਰਮੇਸ਼ਵਰ ਦੇ 7 ਆਤਮੇ ਹਨ। ਅਤੇ ਸਿੰਘਾਸਨ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ, ਅਤੇ ਸਿੰਘਾਸਨ ਦੇ ਵਿਚਾਲੇ ਅਤੇ ਸਿੰਘਾਸਨ ਦੇ ਦੁਆਲੇ 4 ਜੰਤੂ ਹਨ, ਜਿਹੜੇ ਅੱਗੇ ਪਿੱਛੋਂ ਅੱਖੀਆਂ ਨਾਲ ਭਰੇ ਹੋਏ ਹਨ,
ਅਤੇ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਜੰਤੂ ਵਹਿੜਕੇ ਵਰਗਾ ਹੈ ਅਤੇ ਤੀਜੇ ਜੰਤੂ ਦਾ ਮੂੰਹ ਮਨੁੱਖ ਵਰਗਾ ਅਤੇ ਚੌਥੇ ਦਾ ਜੰਤੂ ਉੱਡਦੇ ਹੋਏ ਕਾਬ ਵਰਗਾ ਅਤੇ ਉਹ ਚਾਰੇ ਜੰਤੂ ਉਹਨਾਂ ਵਿੱਚੋਂ ਹੋ ਕੇ 6 ਖੰਭ ਹਨ ਅਤੇ ਦੁਆਲਿਆਂ ਆਪਣੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ, ਪਵਿੱਤਰ 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 ਹੈ ਸਾਡਾ ਪ੍ਰਭੂ ਅਤੇ ਸਰਬ ਸ਼ਕਤੀਮਾਨ ਹੈ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ। ਅਤੇ ਜਦ ਉਹ ਜੰਤੂ ਉਸ ਦੀ ਸਿੰਘਾਸਨ ਉੱਤੇ ਵਿਰਾਜਮਾਨ ਹੈ ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ ਵਡਿਆਈ ਮਾਣ ਨਾਲ ਧੰਨਵਾਦ ਕਰਨਗੇ, ਤਾਂ 24 ਬਜ਼ੁਰਗ ਉਹਦੇ ਸਾਹਮਣੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹਨੂੰ ਜਿਹੜਾ ਜੁਗੋ ਜੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕਟ ਸਿੰਘਾਸਨ ਉੱਤੇ ਅੱਗੇ ਸੁੱਟ ਦੇਣਗੇ, ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ, ਤੂੰ ਮਹਿਮਾ ਮਾਨ ਸਮਰਥਾ ਲੈਣ ਦੇ ਯੋਗ ਹੈ। ਤੂੰ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਇੱਛਾ ਦੇ ਨਾਲ ਹੋਈਆਂ ਅਤੇ ਰਚੀਆਂ ਗਈਆਂ। ਪੰਜਵਾਂ ਬਾਪ, ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਸੀ ਅਤੇ ਮੈਂ ਉਹਦੇ ਸੱਜੇ ਹੱਥ ਵਿੱਚ ਇੱਕ ਪੋਥੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ 7 ਮੋਹਰਾਂ ਨਾਲ ਬੰਦ ਕੀਤੀ ਹੋਈ ਸੀ ਅਤੇ ਇੱਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ, ਭਈ ਪੋਥੀ ਖੋਲ੍ਹਣ ਤੇ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ? ਨਾ ਤਾਂ ਸਵਰਗ ਵਿੱਚ, ਨਾ ਧਰਤੀ ਉੱਤੇ ਅਤੇ ਨਾ ਧਰਤੀ ਦੇ ਹੇਠ ਸੋ ਕੋਈ ਪੋਥੀ ਨੂੰ ਖੋਲ੍ਹ ਸਕਦਾ ਹੈ ਜਾਂ ਉਸ ਉੱਤੇ ਨਿਗਾਹ ਕਰ ਸਕਦਾ ਹੈ। ਤਾਂ ਮੈਂ ਬਹੁਤ ਰੁੰਨਾ ਅਤੇ ਇਸ ਲਈ ਜੋ ਉਸ ਪੋਥੀ ਦੇ ਖੋਲ੍ਹਣ ਲਈ ਜਾਂ ਉਸ ਉੱਤੇ ਨਿਗਾਹ ਕਰਨ ਦੇ ਕੋਈ ਯੋਗ ਨਾ ਨਿਕਲਿਆ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ, ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲ੍ਹਣ ਦੇ ਲਈ ਜਿੱਤ ਗਿਆ ਹੈ। ਅਤੇ ਮੈਂ ਸਿੰਘਾਸਨ ਦੇ 4 ਜੰਤੂਆਂ ਵਿੱਚ ਅਤੇ ਉਹਨਾਂ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਮਾਨੋ ਕੋਇਆ ਹੋਇਆ ਸੀ ਖਲੋਤਾ ਵੇਖਿਆ ਅਤੇ 7 ਸਿੰਘ ਅਤੇ 7 ਅੱਖੀਆਂ ਸਨ ਅਤੇ ਇਹ ਪਰਮੇਸ਼ਵਰ ਦੇ 7 ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਕੱਲੇ ਹੋਏ ਹਨ। ਅਤੇ ਉਹਨੇ ਆਣ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਸੀ ਉਹ ਪੋਥੀ ਲਈ ਅਤੇ ਉਹਦੇ ਪੋਥੀ ਨੂੰ ਲੈ ਕੇ ਚਾਰੇ ਜੰਤੂਆਂ ਅਤੇ 24 ਬਜ਼ੁਰਗਾਂ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਕੋਲ ਲਵਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ ਅਤੇ ਉਹ ਇਹ ਆਖਦੀਆਂ ਹਨ ਕਿ ਇੱਕ ਨਵਾਂ ਗੀਤ ਗਾਉਂਦੇ ਹਨ, ਤੂੰ ਉਹਦੀ ਪੋਥੀ ਲੈਣ ਅਤੇ ਉਹਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈ, ਕਿਉਂਕਿ ਤੂੰ ਕੋਇਆ ਗਿਆ ਸੈਂ ਅਤੇ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉਮਤ ਅਤੇ ਕੌਮ ਵਿੱਚੋਂ ਪਰਮੇਸ਼ਵਰ ਦੇ ਲਈ ਲੋਕਾਂ ਨੂੰ ਮੁੱਲ ਲਿਆ ਅਤੇ ਉਹਨਾਂ ਨੂੰ ਸਾਡੇ ਪਰਮੇਸ਼ਵਰ ਦੇ ਲਈ ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। ਤਾਂ ਮੈਂ ਡਿੱਠਾ ਸਿੰਘਾਸਨ ਅਤੇ ਉਹਨਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਦੁਆਲੇ ਬਹੁਤਿਆਂ ਦੂਤਾਂ ਦੀ ਆਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਕਰੋੜਾਂ ਸੀ ਅਤੇ ਉਹ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸਨ, ਲੇਲਾ ਜਿਹੜਾ ਕੋਇਆ ਗਿਆ ਸੀ ਸਮਰਥਾ, ਧਨ, ਬੁੱਧ, ਸ਼ਕਤੀ, ਮਾਨ ਅਤੇ ਮਹਿਮਾ ਤੇ ਧੰਨਵਾਦ ਲੈਣ ਦੇ ਯੋਗ ਹੈ ਹਰੇਕ ਸ੍ਰਿਸ਼ਟ ਨੂੰ ਜੋ ਸਵਰਗ ਵਿੱਚ ਹੈ ਅਤੇ ਧਰਤੀ ਉੱਤੇ ਹੈ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਅਤੇ ਸਭ ਕੁਝ ਜੋ ਉਹਨਾਂ ਵਿੱਚ ਹਨ। ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਉਹਦਾ ਅਤੇ ਲੇਲੇ ਦਾ ਧੰਨਵਾਦ, ਮਾਨ, ਮਹਿਮਾ, ਪਰਾਕਰਮ ਜੁਗੋ ਜੁਗ ਹੋਵੇ। ਚਾਰੇ ਜੰਤੂ ਬੋਲੇ ਆਮੀਨ ਅਤੇ ਉਹਨਾਂ ਨੇ ਬਜ਼ੁਰਗਾਂ ਦੇ ਅੱਗੇ ਡਿੱਗ ਕੇ ਮੱਥਾ ਟੇਕਿਆ। 6ਵਾਂ ਬਾਪ, ਜਦ ਲੇਲੇ ਨੇ ਉਹਨਾਂ 7 ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ 4 ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਜਿਹੀ ਗਰਜ ਆਵਾਜ਼ ਨਾਲ ਇਹ ਆਖਦੇ ਸੁਣਿਆ, ਭਈ ਆ ਜਾ। ਤਾਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਜੋ ਉਸ ਦੇ ਉੱਤੇ ਸਵਾਰ ਹੋ ਕੇ ਇੱਕ ਕਮਾਨ ਹੈ ਅਤੇ ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਿਹ ਕਰਦਿਆਂ ਹੋਇਆ ਫਤਿਹ ਕਰਨ ਨੂੰ ਨਿਕਲ ਤੁਰਿਆ। ਜਦ ਉਹਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਜਾ। ਅਤੇ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ ਅਤੇ ਉਹਦੇ ਉੱਤੇ ਸਵਾਰ ਉਹਨੂੰ ਇਹ ਦਿੱਤਾ ਗਿਆ, ਭਈ ਧਰਤੀ ਉੱਤੋਂ 16 ਨੂੰ ਚੁੱਕ ਸੁੱਟੇ ਅਤੇ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਕੱਤਣ ਅਤੇ ਵੱਡੀ ਸਾਰੀ ਤਲਵਾਰ ਉਹਨੂੰ ਫੜਾਈ ਗਈ। ਜਦ ਤੀਜੇ ਨੇ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਜਾ। ਅਤੇ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਮਕਸ਼ੀ ਘੋੜਾ ਹੈ ਜੋ ਉਹਦੇ ਉੱਤੇ ਸਵਾਰ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ ਅਤੇ ਉਹਨਾਂ 4 ਜੰਤੂਆਂ ਵਿੱਚ ਇੱਕ ਆਵਾਜ਼ ਜਿਹੀ ਇਹ ਆਖਦੀ ਸੁਣੀ, ਭਈ ਕਣਕ 98 ਸਿਰ ਪਰ ਜੌਂ 98 ਸਿਰ
ਅਤੇ 3 ਸਿਰ ਹੈ, ਅਤੇ ਤੇਲ ਅਤੇ ਦਾਖਰਸ ਵਿਗਾੜ ਨਾ ਕਰੀ। ਜਦ ਉਹਨੇ ਚੌਥੀ ਮੋਹਰ ਤੋੜੀ ਤਾਂ ਮੈਂ ਜੰਤੂ ਦੀ ਆਵਾਜ਼ ਇਹ ਆਖਦੀ ਸੁਣਿਆ, ਭਈ ਆ ਜਾ। ਤਾਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਕੁਲਾ ਘੋੜਾ ਹੈ, ਜਿਹੜਾ ਉਸ ਉੱਤੇ ਸਵਾਰ ਹੈ। ਉਹਦਾ ਨਾਮ ਮੌਤ ਹੈ, ਅਤੇ ਪਤਾਲ ਉਹਦੇ ਮਗਰ ਚੱਲ ਤੁਰਿਆ, ਅਤੇ ਉਹਨੇ ਧਰਤੀ ਨੂੰ ਚੌਥਾਈ ਉੱਤੇ ਇਖਤਿਆਰ ਦਿੱਤਾ, ਭਈ ਤਲਵਾਰ ਨਾਲ, ਕਾਲ ਨਾਲ, ਮਰੀ ਨਾਲ ਅਤੇ ਧਰਤੀ ਦੇ ਰਹਿੰਦਿਆਂ ਦਰਿੰਦਿਆਂ ਨਾਲ ਮਾਰ ਸੁੱਟਣ। ਜਦ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ, ਅਤੇ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ, ਉਸ ਸਾਖੀ ਦੇ ਕਾਰਨ ਜੋ ਉਹਨਾਂ ਨੇ ਭਰੀ ਸੀ, ਵੱਢੇ ਗਏ ਸਨ। ਅਤੇ ਉਹਨਾਂ ਦੀ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਭਈ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸੱਚ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ, ਅਤੇ ਧਰਤੀ ਦੇ ਵਾਸੀਆਂ ਨੂੰ ਸਾਡੇ ਲਹੂ ਦਾ ਵੱਟਾ ਨਹੀਂ ਦਿੰਦਾ। ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ। ਅਤੇ ਇਹ ਵਚਨ ਹੋਇਆ ਵੀ ਥੋੜ੍ਹਾ ਚਿਰ ਹੋਰ ਆਰਾਮ ਕਰੋ, ਅਤੇ ਤਦੋਂ ਤਿਕਰ ਤੁਹਾਡੇ ਨਾਲ ਦੇ ਦਾਸਾਂ ਨੂੰ ਅਤੇ ਤੁਹਾਡੇ ਭਰਾਵਾਂ ਨੂੰ, ਜਿਹੜੇ ਤੁਹਾਡੇ ਵਾਂਗੂ ਵੱਢੇ ਜਾਣਗੇ, ਗਿਣਤੀ ਪੂਰੀ ਨਾ ਹੋ ਲਵੇ। ਜਦ 6ਵੇਂ ਨੇ ਮੋਹਰ ਤੋੜੀ ਤਾਂ ਮੈਂ ਡਿੱਠਾ, ਅਤੇ ਇੱਕ ਵੱਡਾ ਭੂਚਾਲ ਆਇਆ, ਅਤੇ ਸੂਰਜ ਵਾਲਾਂ ਦੇ ਪੂਰੇ ਵਰਗਾ ਕਾਲਾ ਹੋ ਗਿਆ, ਅਤੇ ਚੰਦਰਮਾ ਲਹੂ ਜਿਹਾ ਬਣ ਗਿਆ, ਅਤੇ ਆਕਾਸ਼ ਦੇ ਤਾਰੇ ਟੁੱਟ ਕੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਅੰਜੀਰ ਦੇ ਵਰੁਕਸ਼ ਨਾਲ ਜਦ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਝੜ ਜਾਂਦੇ ਹਨ। ਅਤੇ ਆਕਾਸ਼ ਵਲੇਟਵੀਂ ਪੋਥੀ ਵਾਂਗੂ ਸਰਕ ਗਿਆ, ਅਤੇ ਹਰੇਕ ਪਹਾੜ ਅਤੇ ਟਾਪੂ ਆਪਣੇ ਆਪਣੇ ਟਿਕਾਣਿਓਂ ਹਿੱਲ ਗਿਆ, ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜਾਂ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਜਾਤ ਨੇ ਆਪਣੇ ਆਪ ਨੂੰ ਗੁਫਾ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ। ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ, ਭਈ ਸਾਡੇ ਉੱਤੇ ਡਿੱਗ ਪਓ, ਅਤੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਉਹਦੇ ਸਾਹਮਣੇ ਨੂੰ, ਅਤੇ ਸਾਨੂੰ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ, ਕਿਉਂ ਜੋ ਉਹਨਾਂ ਦਾ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ। ਹੁਣ ਉਹਦੇ ਅੱਗੇ ਕੌਣ ਖਲੋ ਸਕਦਾ ਹੈ। 7ਵਾਂ ਬਾਬ। ਇਹਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂਟਾਂ ਉੱਤੇ 4 ਦੂਤ ਖਲੋਤੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜੀ ਹੋਇਆ ਵੇਖਿਆ, ਅਤੇ ਜੋ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਰੇ। ਅਤੇ ਸਗੋਂ ਹੋਰ ਦੂਤ ਨੂੰ, ਜਿਹੜੇ ਉਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਿਆਂ ਵੇਖਾ। ਅਤੇ ਉਹਨਾਂ ਨੇ ਉਸ ਚੌਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਅਤੇ ਕਰਨ ਵੱਡੀ ਆਵਾਜ਼ ਨਾਲ ਇਹ ਪੁਕਾਰਦੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਅਤੇ ਜਿਨ੍ਹਾਂ ਉਹਨੇ ਉੱਤੇ ਮੋਹਰ ਲਾਈ, ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਸਭਨਾਂ ਵੰਸ਼ਾਂ ਦੇ ਗੋਤਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ। ਯਹੂਦਾ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ, ਰਬੋਇਨ ਦੇ ਗੋਤ ਉੱਤੇ 12,000 ਉੱਤੇ, ਅਤੇ ਗਾਦ ਦੇ ਗੋਤ ਉੱਤੇ 12,000 ਵਿੱਚ, ਅਤੇ ਆਸ਼ੇਰ ਦੇ ਗੋਤ ਵਿੱਚੋਂ 12,000, ਨਫਤਾਲੀ ਦੇ ਗੋਤ ਵਿੱਚੋਂ 12,000, ਮਨਸ਼ਾ ਦੇ ਗੋਤ ਵਿੱਚੋਂ 12,000, ਸ਼ਿਮੋਨ ਦੇ ਗੋਤ ਵਿੱਚੋਂ 12,000, ਲੇਵੀ ਦੇ ਗੋਤ ਵਿੱਚੋਂ 12,000, ਈਸਾਕਾਰ ਦੇ ਗੋਤ ਵਿੱਚੋਂ 12,000, ਜ਼ਬੂਲੂਨ ਦੇ ਗੋਤ ਵਿੱਚੋਂ 12,000, ਯੂਸਫ ਦੇ ਗੋਤ ਵਿੱਚੋਂ 12,000, ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ। ਇਹਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਹਰੇਕ ਕੌਮ ਵਿੱਚੋਂ, ਸਭਨਾਂ ਗੋਤਾਂ, ਉਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹੀ ਗਿਣਤੀ ਕਿਸੇ ਦੇ ਕੋਲੋਂ ਨਹੀਂ ਹੁੰਦੀ, ਚਿੱਟੇ ਵਸਤਰ ਪਹਿਨੇ ਅਤੇ ਖੰਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ, ਅਤੇ ਸਿੰਘਾਸਨ ਦੇ ਸਾਹਮਣੇ ਲੇਲੇ ਦੇ ਸਾਹਮਣੇ ਖੜੀ ਸੀ। ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਸਨ, ਮੁਕਤੀ ਸਾਡੇ ਪਰਮੇਸ਼ਵਰ ਵੱਲੋਂ, ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ, ਅਤੇ ਲੇਲੇ ਵੱਲੋਂ। ਸਾਰੇ ਦੂਤ ਸਿੰਘਾਸਨ ਉੱਤੇ, ਬਜ਼ੁਰਗਾਂ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ। ਤਾਂ ਉਹ ਸਿੰਘਾਸਨ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ, ਅਤੇ ਪਰਮੇਸ਼ਵਰ ਨੂੰ ਮੱਥਾ ਟੇਕ ਕੇ ਬੋਲੇ, ਆਮੀਨ। ਸਾਡੇ ਪਰਮੇਸ਼ਵਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰਥਾ ਅਤੇ ਸ਼ਕਤੀ ਜੁਗੋ ਜੁਗ ਹੋਵੇ, ਆਮੀਨ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਅੱਗੋਂ ਇਹ ਕਹਿ ਕੇ ਪੁੱਛਿਆ, ਭਈ ਤੂੰ ਜਿਨ੍ਹਾਂ ਨੂੰ ਚਿੱਟੇ ਵਸਤਰ ਪਹਿਨੇ ਹਨ, ਉਹ ਕੌਣ ਹਨ ਅਤੇ ਕਿੱਥੋਂ ਆਏ ਹਨ? ਫਿਰ ਉਹਨੇ ਮੈਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਹਨੇ ਮੈਨੂੰ ਆਖਿਆ, ਉਹ ਇਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ, ਅਤੇ ਉਹਨਾਂ ਨੇ ਬਸਤਰ ਲੇਲੇ ਦੇ ਲਹੂ ਦੇ ਨਾਲ ਧੋਤੇ, ਅਤੇ ਉਹਨਾਂ ਨੂੰ ਚਿੱਟਾ ਕੀਤਾ, ਅਤੇ ਇਸ ਕਰਕੇ ਪਰਮੇਸ਼ਰ ਦੇ ਸਿੰਘਾਸਨ ਦੇ ਮੋਹਰ ਹਨ, ਅਤੇ ਉਹਨਾਂ ਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ,
ਅਤੇ ਉਹ ਜਿਹੜਾ ਸਿੰਘਾਸਣ ਉੱਤੇ ਵਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਉੱਤੇ ਤਾਣੇਗਾ ਅਤੇ ਉਹ ਫਿਰ ਭੁੱਖੇ ਨਾ ਹੋਣਗੇ ਅਤੇ ਫਿਰ ਤਿਹਾਏ ਨਾ ਹੋਣਗੇ। ਨਾ ਧੁੱਪ ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਸਿੰਘਾਸਣ ਉੱਤੇ ਉਹਨਾਂ ਦੇ ਵਿਚਕਾਰ ਹੈ ਅਤੇ ਉਹ ਯਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੀਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਹਨਾਂ ਦੀ ਅੱਖੀਆਂ ਤੋਂ ਹਰੇਕ ਅੰਜੂ ਪੂੰਝ ਸੁੱਟੇਗਾ। 8ਵਾਂ ਬਾਬ। ਜਦ 7ਵੀਂ ਮੋਹਰ ਤੋੜੀ ਗਈ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤਿੱਕਰ ਚੁੱਪ ਚਾਨ ਰਹੀ ਅਤੇ ਮੈਂ ਉਹਨਾਂ 7 ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਹਜ਼ੂਰ ਖੜੇ ਰਹਿੰਦੇ ਹਨ ਅਤੇ ਉਹਨਾਂ ਨੂੰ 7 ਤੂਰੀਆਂ ਫੜਾਈਆਂ ਗਈਆਂ। ਅਤੇ ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਅਤੇ ਜਗਵੇਦੀ ਉੱਤੇ ਜਾ ਖਲੋਤਾ ਅਤੇ ਬਹੁਤ ਸਾਰੀ ਧੂਪ ਉਹਨਾਂ ਨੂੰ ਦਿੱਤੀ ਗਈ ਭਈ ਉਹ ਉਸਨੂੰ ਸਭਨਾਂ ਸੰਤਾਂ ਦੀ ਪ੍ਰਾਰਥਨਾ ਦੇ ਨਾਲ ਉਸ ਉੱਤੇ ਸੋਨੇ ਦੀ ਜਗਵੇਦੀ ਉੱਤੇ ਤੁਖਾਂਦਾ ਰਹੇ ਜਿਹੜੀ ਸਿੰਘਾਸਨ ਦੇ ਅੱਗੇ ਸੀ ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਵਰ ਦੇ ਹਜ਼ੂਰ ਅੱਪੜ ਗਿਆ। ਤਾਂ ਦੂਤ ਨੇ ਧੂਪਦਾਨੀ ਅਤੇ ਜਗਵੇਦੀ ਲਈ ਕੁਝ ਅੱਗ ਵਿੱਚ ਹੋਰ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ। ਤਾਂ ਬੱਦਲ ਦੀਆਂ ਗਰਜਾਂ ਅਤੇ ਆਵਾਜ਼ਾਂ ਨਾਲ ਅਤੇ ਬਿਜਲੀਆਂ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ। ਅਤੇ ਫਿਰ ਉਹਨਾਂ 7 ਦੂਤਾਂ ਨੇ ਜਿਨ੍ਹਾਂ ਕੋਲ 7 ਤੂਰੀਆਂ ਸਨ ਆਪਣੇ ਆਪ ਨੂੰ ਤੂਰੀਆਂ ਵਜਾਉਣ ਲਈ ਤਿਆਰ ਕੀਤਾ। ਪਹਿਲੇ ਨੇ ਤੂਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਤਾਂ ਧਰਤੀ ਦੀ 1/3 ਸੜ ਗਈ ਅਤੇ ਰੁੱਖਾਂ ਦੀ 1/3 ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ। ਫਿਰ ਦੂਜੇ ਦੂਤ ਨੇ ਤੂਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹੜਾ ਅੱਗ ਨਾਲ ਬਲਦਾ ਹੋਇਆ ਸੀ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦੀ 1/3 ਲਹੂ ਜਿਹੀ ਬਣ ਗਈ ਅਤੇ ਸਮੁੰਦਰ ਦੇ ਜਲ ਜੰਤੂਆਂ ਦੀ 1/3 ਮਰ ਗਈ ਅਤੇ ਜਹਾਜ਼ ਦੀ 1/3 ਨਸ਼ਟ ਹੋ ਗਈ। ਫਿਰ ਤੀਜੇ ਦੂਤ ਨੇ ਤੂਰੀ ਵਜਾਈ ਤਾਂ ਮੈਂ ਡਿੱਠਾ ਅਤੇ ਇੱਕ ਵੱਡਾ ਤਾਰਾ ਮਿਸਾਲ ਵਾਂਗੂ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਅਤੇ ਨਦੀਆਂ ਉੱਤੇ ਅਤੇ ਉਹਨਾਂ ਦੀ ਤਿਹਾਈ ਪਾਣੀਆਂ ਦੀਆਂ ਟੁੰਬਾਂ ਉੱਤੇ ਜਾ ਪਿਆ ਅਤੇ ਉਸ ਤਾਰੇ ਦਾ ਨਾਂ ਨਾਗਦੂਣਾ ਕਰਕੇ ਆਖੀਦਾ ਹੈ। ਅਤੇ ਪਾਣੀਆਂ ਦੀ 1/3 ਨਾਗਦੂਣੇ ਜਿਹੀ ਹੋ ਗਈ ਅਤੇ ਉਹ ਪਾਣੀਆਂ ਨਾਲ ਇਸ ਲਈ ਜੋ ਕੋੜੇ ਗਏ ਸਨ ਅਤੇ ਉਹ ਬਹੁਤ ਸਾਰੇ ਮਨੁੱਖ ਮਰ ਗਏ। ਅਤੇ ਫਿਰ ਚੌਥੇ ਨੇ ਤੂਰੀ ਵਜਾਈ ਤਾਂ ਸੂਰਜ ਦੀ 1/3 ਅਤੇ ਚੰਦਰਮਾ ਦੀ 1/3 ਨਾਲ ਤਾਰਿਆਂ ਨਾਲ ਤਿਹਾਈ ਮਰ ਗਈ ਅਤੇ ਉਹਨਾਂ ਦੀ 1/3 ਹਨੇਰੀ ਜਿਹੀ ਹੋ ਗਈ ਅਤੇ ਦਿਨ ਦੀ 1/3 ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ। ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਆਕਾਸ਼ ਵਿੱਚ ਉੱਡਦੇ ਅਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ 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 ਧਰਤੀ ਦੇ ਵਾਸੀਆਂ ਨੂੰ ਉਹਨਾਂ ਉੱਤੇ ਉਹਨਾਂ 3 ਦੂਤਾਂ ਦੀ ਤੂਰੀਆਂ ਰਹਿੰਦੀਆਂ ਆਵਾਜ਼ਾਂ ਦੇ ਕਾਰਨ ਉਹਨਾਂ ਅਜੇ ਤੂਰੀ ਵਜਾਉਣੀ ਹੈ। 9ਵਾਂ ਬਾਬ। 5ਵੇਂ ਦੂਤ ਨੇ ਤੂਰੀ ਵਜਾਈ ਤਾਂ ਮੈਂ ਇੱਕ ਤਾਰਾ ਆਕਾਸ਼ੋਂ ਧਰਤੀ ਉੱਤੇ ਡਿੱਗਾ ਹੋਇਆ ਵੇਖਿਆ ਅਤੇ ਥਾਕੁੰਡ ਦੀ ਕੁੰਜੀ ਉਹਨੂੰ ਦਿੱਤੀ ਗਈ। ਉਹਨੇ ਥਾਕੁੰਡ ਦੇ ਖੂਹ ਨੂੰ ਖੋਲ੍ਹਿਆ ਅਤੇ ਉਸ ਵਿੱਚੋਂ ਧੂਆ ਅਤੇ ਵੱਡੇ ਭੱਠੇ ਦੇ ਧੂਏ ਵਾਂਗੂ ਉੱਠਿਆ ਅਤੇ ਖੂਹ ਦੇ ਉਸ ਧੂਏ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ ਅਤੇ ਧੂਏ ਵਿੱਚੋਂ ਧਰਤੀ ਉੱਤੇ ਸਲਾਹ ਟਿੱਡੇ ਨਿਕਲ ਆਏ ਅਤੇ ਉਹਨਾਂ ਨੂੰ ਬਲ ਦਿੱਤਾ ਗਿਆ ਜਿਵੇਂ ਧਰਤੀ ਦੇ ਅਠੋਇਆਂ ਦਾ ਬਲ ਹੁੰਦਾ ਹੈ। ਅਤੇ ਉਹਨਾਂ ਨੂੰ ਇਹ ਆਖਿਆ ਗਿਆ ਭਈ ਨਾ ਧਰਤੀ ਦਾ ਨਾ ਘਾਹ ਦਾ ਨਾ ਕਿਸੇ ਹਰਿਆਲੀ ਦਾ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ। ਅਤੇ ਉਹਨਾਂ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਜਾਨੂ ਨਾ ਮਾਰਨ ਭਈ ਉਹਨਾਂ ਨੂੰ 5 ਮਹੀਨਿਆਂ ਤੀਕਰ ਵੱਡੀ ਪੀੜ ਸਹਿਣ। ਅਤੇ ਉਹਨਾਂ ਨੂੰ ਪੀੜ ਇਹੋ ਜਿਹੀ ਸੀ ਜੋ ਠੂਹੇ ਤੋਂ ਪੀੜ ਹੁੰਦੀ ਹੈ। ਅਤੇ ਜਿਸ ਵੇਲੇ ਉਹ ਮਨੁੱਖ ਨੂੰ ਡੰਗ ਮਾਰਦਾ ਹੈ ਅਤੇ ਉਨੀ ਦਿਨੀ ਮਨੁੱਖ ਮੌਤ ਨੂੰ ਪਾਲਣਗੇ ਪਰ ਉਹ ਉਹਨਾਂ ਨੂੰ ਕਿਸੇ ਬਿਧ ਨਾ ਲੱਭੇਗੀ ਅਤੇ ਉਹ ਮਰਨ ਨੂੰ ਲੋਚਣਗੇ ਅਤੇ ਮੌਤ ਉਹਨਾਂ ਤੋਂ ਨੱਸ ਜਾਵੇਗੀ। ਅਤੇ ਉਹਨਾਂ ਟਿੱਡਿਆਂ ਦਾ ਰੂਪ ਉਹਨਾਂ ਘੋੜਿਆਂ ਵਰਗਾ ਸੀ ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ ਅਤੇ ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੁੱਖ ਮਨੁੱਖਾਂ ਦੇ ਮਨੁੱਖ ਜਿਹੇ ਸਨ ਅਤੇ ਉਹਨਾਂ ਦੇ ਵਾਲ ਤੀਵੀਆਂ ਦੇ ਵਾਲਾਂ ਜਿਹੇ ਲੰਮੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਜਿਹੇ ਸਨ ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨਿਆਂ ਵਰਗੇ ਸਨ। ਅਤੇ ਉਹਨਾਂ ਦੇ ਖੰਭਾਂ ਵਿੱਚ ਕੂਕ ਰੱਥਾਂ ਦੀ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਖੜਾਕ ਜਿਹੀ ਸੀ। ਅਤੇ ਉਹਨਾਂ ਦੀਆਂ ਪੂਛਾਂ ਠੂਹਿਆਂ ਵਰਗੀਆਂ ਸਨ ਅਤੇ ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਉਹਨਾਂ ਦਾ ਬਲ ਹੈ ਭਈ 5 ਮਹੀਨਿਆਂ ਤੀਕਰ ਉਹ ਮਨੁੱਖ ਦਾ ਵਿਗਾੜ ਕਰਨ। ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ ਅਤੇ ਉਹਦਾ ਨਾਂ ਇਬਰਾਨੀ ਭਾਖਿਆ ਵਿੱਚ ਅਬਦੋਨ ਹੈ ਅਤੇ ਯੂਨਾਨੀ ਭਾਸ਼ਾ ਵਿੱਚ ਅਪੁਲੋਨ ਹੈ। ਅਤੇ ਇਹ ਅਫਸੋਸ ਬੀਤ ਗਿਆ ਅਤੇ ਵੇਖੋ ਇੱਕ ਹੋਰ ਮਗਰੋਂ ਦੂਜਾ ਅਫਸੋਸ ਹੋਰ ਆਉਂਦੇ ਹਨ
ਛੇਵੇਂ ਨੇ ਤੂਰੀ ਵਜਾਈ ਤਾਂ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ਰ ਦੇ ਅੱਗੇ ਹੈ ਉਹਦੇ ਚੌਹਾਂ ਸਿੰਘਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਉਸ ਛੇਵੇਂ ਨੂੰ ਜਿਹਦੇ ਕੋਲ ਤੂਰੀ ਸੀ ਉਹਨੂੰ ਇਹ ਕਹਿੰਦੀ ਸੀ ਭਈ ਉਹਨਾਂ ਚੌਹਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫਰਿਆਤ ਅਤੇ ਬੱਧੇ ਹੋਏ ਹਨ ਖੋਲ੍ਹ ਦੇ ਅਤੇ ਚਾਰੇ ਦੂਤ ਜਿਹੜੇ ਘੜੀ ਦਿਹਾੜੇ ਮਹੀਨੇ ਅਤੇ ਵਰ੍ਹੇ ਲਈ ਤਿਆਰ ਕੀਤੇ ਹੋਏ ਹੋਣ ਖੋਲ੍ਹੇ ਗਏ ਅਤੇ ਮਨੁੱਖਾਂ ਦੀ 1/3 ਨੂੰ ਮਾਰ ਸੁੱਟਣ ਅਤੇ ਕੋੜ ਚਾੜਿਆਂ ਅਤੇ ਫੌਜਾਂ ਦੀ ਗਿਣਤੀ 20 ਕਰੋੜ ਸੀ ਅਤੇ ਉਹਨਾਂ ਦੀ ਗਿਣਤੀ ਸੁਣੀ। ਇਸ ਦਰਸ਼ਨ ਵਿੱਚ ਘੋੜਿਆਂ ਅਤੇ ਉਹਨਾਂ ਦੇ ਸਵਾਰਾਂ ਦੇ ਰੂਪ ਮੈਨੂੰ ਇਉਂ ਦਿਸਣ ਲੱਗੇ ਭਈ ਉਹਨਾਂ ਦੇ ਸੀਨੇ ਬੰਦ ਅਗੰਧ ਅਤੇ ਨੀਲਮ ਅਤੇ ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਤੇ ਬੱਬਰ ਸ਼ੇਰਾਂ ਦੇ ਸਿਰ ਦੀ ਨਿਆਈ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ ਅਤੇ ਧੂਏ ਦੀ ਗੰਧਕ ਨਿਕਲਦੀ ਹੈ। ਅੱਗ ਅਤੇ ਧੂਏ ਦੀ ਗੰਧਕ ਜਿਹੜੀ ਉਹਨਾਂ ਦੇ ਮੂੰਹੋਂ ਵਿੱਚੋਂ ਨਿਕਲਦੀ ਸੀ ਇਹਨਾਂ ਤਿੰਨਾਂ ਬਵਾਹ ਨਾਲ ਮਨੁੱਖਾਂ ਨੂੰ 1/3 ਜਾਨੋਂ ਮਾਰੀ ਗਈ ਅਤੇ ਉਹਨਾਂ ਨੇ ਘੋੜਿਆਂ ਦੇ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਹੈ ਕਿਉਂ ਜੋ ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਹਨਾਂ ਦੇ ਨਾਲ ਵਿਗਾੜ ਕਰਦੇ ਹਨ ਅਤੇ ਰਹਿੰਦਿਆਂ ਮਨੁੱਖਾਂ ਨੂੰ ਜਿਹੜੇ ਉਹਨਾਂ ਬਵਾਹ ਨਾਲ ਮਾਰੇ ਨਹੀਂ ਗਏ ਸਨ ਆਪਣੇ ਹੱਥਾਂ ਦੇ ਕੰਮਾਂ ਉੱਤੇ ਤੌਬਾ ਨਾ ਕੀਤੀ ਭਈ ਉਹ ਭੂਤਾਂ ਦੀ ਅਤੇ ਸੋਨੇ ਚਾਂਦੀ ਦੀ ਪਿੱਤਲ ਪੱਥਰ ਦੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖਣ ਨਾ ਸੁਣ ਨਾ ਤੁਰ ਸਕਦੀਆਂ ਹਨ ਨਾ ਉਹ ਆਪਣੇ ਖੂਨਾਂ ਤੋਂ ਨਾ ਆਪਣੀਆਂ ਜਾਦੀਗਰੀਆਂ ਤੋਂ ਅਤੇ ਨਾ ਹਰਾਮ ਕਰੀਆਂ ਤੋਂ ਨਾ ਆਪਣੀ ਚੋਰੀਆਂ ਤੋਂ ਤੌਬਾ ਕੀਤੀ। 10ਵਾਂ ਬਾਪ। ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪਹਿਨੀ ਹੋਈ ਆਕਾਸ਼ੋਂ ਉਤਰਦੇ ਵੇਖਿਆ ਅਤੇ ਉਹਦੇ ਸਿਰ ਉੱਤੇ ਮੇਘ ਤੁਣਕ ਸੀ ਅਤੇ ਉਹਦਾ ਮੂੰਹ ਸੂਰਜ ਵਰਗਾ ਸੀ ਅਤੇ ਉਹਦੇ ਪੈਰ ਅਗਨ ਦੀਆਂ ਥੰਮਾਂ ਵਰਗੇ ਸਨ ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗਰਜਦਾ ਹੈ। ਜਦ ਉਸਨੇ ਪੁਕਾਰਿਆ ਤਾਂ 7 ਬੱਦਲਾਂ ਦੀ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਅਤੇ ਜਦ ਉਹ 7 ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਇੱਕ ਆਵਾਜ਼ ਆਕਾਸ਼ੋਂ ਇਹ ਆਖਦੀ ਸੁਣੀ ਭਈ ਜਿਹੜੀਆਂ ਗੱਲਾਂ ਉਸ ਸੰਤਾਂ ਨੇ ਗਰਜਾਂ ਨਾਲ ਸੁਣਾਈਆਂ ਉਹਨਾਂ ਉੱਤੇ ਮੋਹਰ ਲਾ ਦਿਓ ਅਤੇ ਉਹਨਾਂ ਦੇ ਨਾਂ ਲਿਖ। ਅਤੇ ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤੇ ਵੇਖਿਆ ਸੀ ਉਸਨੇ ਆਪਣਾ ਸੱਜਾ ਹੱਥ ਆਕਾਸ਼ ਦੇ ਵੱਲ ਉਠਾਇਆ ਜਿਹੜਾ ਜੁਗੋ ਜੁਗ ਜਿਉਂਦਾ ਹੈ ਜਿਹਨੇ ਆਕਾਸ਼ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਉਹਦੇ ਵਿੱਚ ਹੈ ਉਤਪਤ ਕੀਤਾ ਅਤੇ ਉਹਦੀ ਸਹੁੰ ਖਾਧੀ ਪਈ ਹੋਰ ਚਿਰ ਨਹੀਂ ਲੱਗੇਗਾ। ਅਤੇ 7ਵੇਂ ਦੂਤ ਦੀ ਆਵਾਜ਼ ਤੇ ਦਿਨੀ ਜਦ ਉਹ ਤੂਰੀ ਵਜਾਏਗਾ ਪਰਮੇਸ਼ਰ ਦਾ ਭੇਸ ਸੰਪੂਰਨ ਹੋਵੇਗਾ ਅਤੇ ਜਿਵੇਂ ਉਹਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਖੁਸ਼ਖਬਰੀ ਦਿੱਤੀ ਭਾਈ ਜਿਹੜੀ ਆਵਾਜ਼ ਮੈਂ ਆਕਾਸ਼ੋਂ ਸੁਣੀ ਸੀ ਉਸ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਆਖਦੇ ਸੁਣਿਆ ਭਾਈ ਜਾ ਅਤੇ ਉਹ ਪੋਥੀ ਲੈ ਲੈ ਅਤੇ ਦੂਤ ਉਹਦੇ ਹੱਥੀਂ ਖੁੱਲੀ ਪਈ ਵੇਖਿਆ ਅਤੇ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ ਉਹ ਪੋਥੀ ਮੈਨੂੰ ਦੇ ਦੇ ਅਤੇ ਉਹਨੇ ਮੈਨੂੰ ਆਖਿਆ ਲੈ ਲੈ ਅਤੇ ਇਸ ਨੂੰ ਖਾ। ਇਹ ਤੇਰੇ ਢਿੱਡ ਨੂੰ ਕੌੜਿਆਂ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਔਰ ਜਦ ਮੈਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ ਅਤੇ ਉਸਨੇ ਮੈਨੂੰ ਆਖਿਆ ਬਹੁਤਿਆਂ ਲੋਕਾਂ ਕੌਮਾਂ ਭਾਖਿਆ ਅਤੇ ਰਾਜਿਆਂ ਉੱਤੇ ਫੇਰ ਅੰਗਮ ਵਾਕ ਕਰਨਾ ਪਵੇਗਾ। 11ਵਾਂ ਬਾਪ। ਤਾਂ ਡੰਡੇ ਵਰਗਾ ਮੈਨੂੰ ਇੱਕ ਕਾਨਾ ਦਿੱਤਾ ਗਿਆ ਅਤੇ ਇਹ ਵਚਨ ਹੋਇਆ ਭਈ ਉੱਠ ਅਤੇ ਪਰਮੇਸ਼ਰ ਦੀ ਹੈਕਲ ਨੂੰ ਅਤੇ ਜਗਵੇਦੀ ਨੂੰ ਅਤੇ ਉਹਨਾਂ ਨੂੰ ਜਿਹੜੇ ਉੱਥੇ ਭਜਨ ਕਰਦੇ ਹਨ ਮਿਣ ਲੈ ਅਤੇ ਉਸ ਵਿਹੜੇ ਨੂੰ ਜਿਹੜਾ ਤੈਥੋਂ ਹੈਕਲੋਂ ਬਾਹਰ ਹੈ ਛੱਡ ਦੇ ਅਤੇ ਉਹਨੂੰ ਨਾ ਮਿਣ ਇਸ ਲਈ ਜੋ ਉਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ 42 ਮਹੀਨਿਆਂ ਤੱਕ ਲੜਾਉਣਗੀਆਂ। ਅਤੇ ਮੈਂ ਆਪਣੇ ਦੋਹਾਂ ਗਵਾਹਾਂ ਨੂੰ ਇਹ ਦਾਨ ਕਰਾਂਗਾ ਭਈ ਉਹ ਤੱਪੜ ਪਹਿਨ ਕੇ 1260 ਦਿਨ ਅੰਗਮ ਵਾਕ ਕਰਨਗੇ ਅਤੇ ਜੋ ਜੈਤੂਨ ਦੇ ਰੁੱਖ ਉੱਤੇ ਅਤੇ 2 ਸ਼ਮਾਦਾਨ ਹਨ ਜਿਹੜੇ ਧਰਤੀ ਦੀ ਪ੍ਰਭੂ ਦੀ ਦਰਗਾਹੇ ਖਲੋਤੇ ਹਨ ਅਤੇ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਉਹਨਾਂ ਦੇ ਮੂੰਹੋਂ ਅੱਗ ਨਿਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ। ਸੋ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵਸ਼ ਹੈ ਅਤੇ ਇਸੇ ਪ੍ਰਕਾਰ ਮਾਰਿਆ ਜਾਵੇ। ਆਕਾਸ਼ ਬੰਦ ਕਰਨਾ ਅਤੇ ਉਹਨਾਂ ਦੇ ਵੱਸ ਹੈ ਅਤੇ ਉਹਨਾਂ ਦਾ ਅੰਗਮ ਵਾਕ ਦਿਨੀ ਵਰਖਾ ਨਾ ਪਵੇ ਅਤੇ ਉਹਨਾਂ ਪਾਣੀਆਂ ਦੇ ਵੱਸ ਵਿੱਚ ਅਤੇ ਉਹਨਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਉਹਨਾਂ ਦਾ ਜੀਅ ਕਰੇ ਧਰਤੀ ਨੂੰ ਸਭ ਪ੍ਰਕਾਰ ਦੀਆਂ ਥਾਵਾਂ ਅਤੇ ਬਵਾਂ ਨਾਲ ਮਾਰਨ ਅਤੇ ਜਦ ਉਹ ਆਪਣੀ ਸਾਖੀ
ਪਰ ਹਟਣਗੇ ਤਾਂ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਚੜ੍ਹ ਆਉਂਦਾ ਹੈ, ਉਹਨਾਂ ਸਭਨਾਂ ਨਾਲ ਯੁੱਧ ਕਰੇਗਾ ਅਤੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ। ਅਤੇ ਉਹ ਕਿੰਨਿਆਂ ਦੀ ਲੋਥਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ, ਜਿਹੜੀਆਂ ਆਤਮਿਕ ਬਿੱਧ ਨਾਲ ਸਦੂਮ ਅਤੇ ਮਿਸਰ ਕਰਕੇ ਸਤਾਉਂਦੀ ਹੈ, ਅਤੇ ਜਿੱਥੇ ਉਹਨਾਂ ਦੀ ਪ੍ਰਭੂ ਦੀ ਸਲੀਬ ਦਿੱਤਾ ਗਿਆ ਸੀ। ਉਮਤਾਂ, ਗੋਤਾਂ, ਪਾਖਿਆ ਅਤੇ ਕੌਮਾਂ ਵਿੱਚੋਂ ਕਈ ਕੁ ਉਹਨਾਂ ਦੀਆਂ ਲੋਥਾਂ ਨੂੰ 3.5 ਦਿਨ ਵੇਖਣਗੇ, ਅਤੇ ਕਈ ਉਹਨਾਂ ਦੀਆਂ ਲੋਥਾਂ ਕਬਰ ਵਿੱਚ ਨਾ ਦੇਣਗੇ, ਅਤੇ ਧਰਤੀ ਦੇ ਵਾਸੀ ਉਹਨਾਂ ਨੂੰ ਆਨੰਦ ਕਰਨਗੇ ਅਤੇ ਮਗਨ ਹੋਣਗੇ ਅਤੇ ਇੱਕ ਦੂਜੇ ਦੇ ਕੋਲ ਸੌਗਾਤਾਂ ਭੇਜਣਗੇ, ਇਸ ਲਈ ਜੋ ਉਹ ਦੋਹਾਂ ਨਬੀਆਂ ਨੇ ਧਰਤੀ ਦੇ ਸਾਰੇ ਵਾਸੀਆਂ ਨੂੰ ਔਖਿਆਂ ਕੀਤਾ ਸੀ। 3.5 ਦਿਨਾਂ ਪਿੱਛੋਂ ਜੀਵਨ ਦਾ ਆਤਮਾ ਪਰਮੇਸ਼ਵਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ, ਅਤੇ ਉਹਨਾਂ ਨੇ ਆਪਣੇ ਪੈਰਾਂ ਉੱਤੇ ਖਲੋ ਕੇ ਅਤੇ ਜਿਨ੍ਹਾਂ ਨੂੰ ਉਹਨਾਂ ਨੇ ਵੇਖਿਆ ਸੀ ਉਹਨਾਂ ਨੂੰ ਵੱਡਾ ਡਹਿਲ ਪਿਆ। ਅਤੇ ਉਹਨਾਂ ਨੇ ਆਕਾਸ਼ ਵਿੱਚ ਇੱਕ ਵੱਡੀ ਆਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ, ਭਾਈ ਇੱਧਰ ਉਤਾਂ ਨੂੰ ਆ ਜਾਓ। ਤਾਂ ਉਹ ਬੱਦਲ ਵਿੱਚ ਆਕਾਸ਼ ਨੂੰ ਉਤਾਂ ਚੜ੍ਹ ਗਏ, ਅਤੇ ਉਹਨਾਂ ਨੇ ਵੈਰੀਆਂ ਨੂੰ ਉਹਨਾਂ ਨੇ ਡਿੱਠਾ। ਤਦ ਉਸੇ ਘੜੀ ਇੱਕ ਵੱਡਾ ਭੂਚਾਲ ਆਇਆ, ਅਤੇ ਨਗਰੀ ਦਾ 10ਵਾਂ ਹਿੱਸਾ ਟਹਿ ਪਿਆ, ਅਤੇ ਉਹ ਭੂਚਾਲ ਨਾਲ 7,000 ਆਦਮੀ ਮਾਰੇ ਗਏ, ਅਤੇ ਰਹਿੰਦੇ ਡਹਿਲ ਗਏ ਅਤੇ ਸਵਰਗ ਦੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਅਤੇ ਦੂਜਾ ਅਫਸੋਸ ਬੀਤ ਗਿਆ। ਵੇਖੋ, ਤੀਜਾ ਅਫਸੋਸ ਚਮਕਦੇ ਆਉਂਦਾ ਹੈ। ਅਤੇ ਫਿਰ 7ਵੇਂ ਦੂਤ ਨੇ ਤੁਰੀ ਵਜਾਈ, ਤਾਂ ਸਵਰਗ ਵਿੱਚ ਇੱਕ ਵੱਡੀ ਆਵਾਜ਼ ਇਹ ਵੇਖਦੇ ਆਖੀ, ਜਗਤ ਦਾ ਰਾਜ ਸਾਡੇ ਪ੍ਰਭੂ ਯਿਸੂ ਦਾ ਹੈ, ਅਤੇ ਉਹਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹਦਾ ਜੁਗ ਜੁਗ ਰਾਜ ਕਰੇਗਾ। ਉਹ 24 ਬਜ਼ੁਰਗ ਜਿਹੜੇ ਪਰਮੇਸ਼ਵਰ ਦੇ ਹਜ਼ੂਰੋਂ ਆਪੋ ਆਪਣੀਆਂ ਗੱਦੀਆਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ, ਹੇ ਪ੍ਰਭੂ ਪਰਮੇਸ਼ਵਰ ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਹੈ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ ਹੈ। ਕੌਮਾਂ ਕ੍ਰੋਧਵਾਨ ਹੋਈਆਂ, ਅਤੇ ਤੇਰਾ ਕ੍ਰੋਧਵਾਨ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਹੈ, ਅਤੇ ਉਹਨਾਂ ਦਾ ਨਿਆਂ ਹੋਵੇ। ਅਤੇ ਉਹ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਉਹਨਾਂ ਨੂੰ ਜਿਹੜੇ ਤੇਰੇ ਨਾਮ ਦਾ ਪੈਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇ, ਅਤੇ ਉਹਨਾਂ ਦਾ ਨਾਸ਼ ਕਰੇ ਜੋ ਧਰਤੀ ਦਾ ਨਾਸ਼ ਕਰਨ ਵਾਲੇ ਹਨ। ਅਤੇ ਪਰਮੇਸ਼ਵਰ ਦੀ ਹੈਕਲ ਜਿਹੜੀ ਸਵਰਗ ਵਿੱਚ ਖੋਲ੍ਹੀ ਗਈ ਹੈ, ਅਤੇ ਉਹਦੀ ਹੈਕਲ ਵਿੱਚ ਉਹਦੇ ਨੇਮ ਦਾ ਸੰਦੂਕ ਦਿਸ ਪਿਆ, ਅਤੇ ਬਿਜਲੀ ਦੀਆਂ ਲਿਸ਼ਕਾਂ ਵਾਂਗੂ ਅਤੇ ਆਵਾਜ਼ਾਂ ਦੇ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਭੂਚਾਲ ਆਇਆ, ਅਤੇ ਵੱਡੇ ਵੱਡੇ ਗੜੇ ਪਏ। 12ਵਾਂ ਬਾਬ। ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ, ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ, ਅਤੇ ਚੰਦਰਮਾ ਉਹਦੇ ਪੈਰਾਂ ਹੇਠ, ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ। ਉਹ ਗਰਭਵਤੀ ਸੀ, ਅਤੇ ਜਣਨ ਦੇ ਦੁੱਖ ਦੇ ਅਤੇ ਪੀੜਾ ਦੇਣ ਕਰਕੇ ਚੀਕਾਂ ਮਾਰਦੀ ਸੀ। ਅਤੇ ਆਕਾਸ਼ ਉੱਤੋਂ ਇੱਕ ਹੋਰ ਨਿਸ਼ਾਨ ਦਿਸਿਆ, ਅਤੇ ਵੇਖੋ, ਇੱਕ ਵੱਡਾ ਲਾਲ ਅਜਗਰ ਸੀ, ਅਤੇ ਜਿਹਦੇ 7 ਸਿੰਘ ਅਤੇ 7 ਸਿਰ ਸਨ, ਅਤੇ ਉਹਦੇ ਸਿਰਾਂ ਉੱਤੇ 7 ਮੁਕਟ ਸਨ, ਅਤੇ ਉਹਦੀ ਪੂਛ ਆਕਾਸ਼ ਦੇ ਤਾਰਿਆਂ ਦੀ 1/3 ਵਲੇਟ ਕੇ ਖਿੱਚਿਆ, ਅਤੇ ਉਹਨੇ ਧਰਤੀ ਉੱਤੇ ਮਾਰਿਆ। ਅਤੇ ਉਸ ਅਜਗਰ ਦੀ ਉਸ ਇਸਤਰੀ ਜਿਹੜੀ ਜਣਨ ਲੱਗੀ ਸੀ ਜਦ ਖਲੋਤਾ, ਭਾਈ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਪਛ ਲਵੇ। ਅਤੇ ਉਹ ਇੱਕ ਪੁੱਤਰ ਔਰ ਇੱਕ ਨਰ ਬਾਲ ਜਣੀ, ਅਤੇ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ। ਅਤੇ ਉਹਦਾ ਬਾਲਕ ਪਰਮੇਸ਼ਵਰ ਕੋਲ ਹੈ, ਅਤੇ ਉਹ ਸਿੰਘਾਸਨ ਦੇ ਕੋਲ ਉਠਾ ਲਿਆ ਗਿਆ। ਅਤੇ ਉਹ ਇਸਤਰੀ ਉਜਾੜ ਵਿੱਚ ਨੱਸ ਗਈ, ਅਤੇ ਪਰਮੇਸ਼ਵਰ ਦੇ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ, ਭਾਈ ਉੱਥੇ 1260 ਦਿਨ ਉਹਦੀ ਪਿਰਤ ਪਾਲ ਹੋਵੇ। ਫਿਰ ਸਵਰਗ ਵਿੱਚ ਯੁੱਧ ਹੋਇਆ। ਮਿਕਾਇਲ ਅਤੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ, ਪਰ ਇਹ ਪ੍ਰਬਲ ਨਾ ਹੋਏ, ਅਤੇ ਨਾ ਸਵਰਗ ਵਿੱਚ ਇਹਨਾਂ ਨੂੰ ਥਾਂ ਫਿਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਅਤੇ ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੇ ਸੁੱਟਿਆ ਗਿਆ, ਅਤੇ ਉਹਦੇ ਦੂਤ ਅਤੇ ਉਹਦੇ ਨਾਲ ਸੁੱਟੇ ਗਏ। ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ, ਭਈ ਹੁਣ ਸਾਡੇ ਪਰਮੇਸ਼ਵਰ ਦੀ ਮੁਕਤੀ ਅਤੇ ਸਮਰਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ ਅਖਤਿਆਰ ਹੋ ਗਿਆ ਹੈ। ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ, ਭਈ ਹੁਣ ਸਾਡੇ ਪਰਮੇਸ਼ਵਰ ਦੀ ਮੁਕਤੀ ਅਤੇ ਸਮਰਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ ਅਖਤਿਆਰ ਹੋ ਗਿਆ ਹੈ, ਕਿਉਂ ਜੋ ਅਸੀਂ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਅਤੇ ਜਿਹੜਾ ਸਾਡੇ ਪਰਮੇਸ਼ਵਰ ਦੇ ਹਜ਼ੂਰ ਹੈ, ਉਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ, ਹੇਠਾਂ ਸੁੱਟਿਆ ਗਿਆ। ਅਤੇ ਉਹਨਾਂ ਦੇ ਲੇਲੇ ਦੇ ਲਹੂ ਦੇ ਕਾਰਨ, ਉਹਨਾਂ ਨੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨਾਂ ਨੂੰ ਜਿੱਤ ਲਿਆ, ਅਤੇ ਉਹਨਾਂ ਦੇ ਮਰਨ ਤੀਕਰ ਆਪਣੀ ਜਾਨ ਨੂੰ ਪਿਆਰਾ ਨਾ ਜਾਣਿਆ। ਇਸ ਕਰਕੇ ਆਕਾਸ਼ੋਂ ਅਤੇ ਜਿਹੜੇ ਉਹਨਾਂ ਉੱਤੇ ਰਹਿੰਦੇ ਸਨ, ਸੋ ਤੁਸੀਂ ਆਨੰਦ ਕਰੋ। ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ,
ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਆ ਉਤਰਿਆ ਹੈ ਅਤੇ ਉਹਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਰਹਿ ਗਿਆ ਹੈ। ਅਤੇ ਉਹ ਸ਼ੈਤਾਨ ਅਜਗਰ ਜਦ ਡਿੱਠਾ ਅਤੇ ਮੈਂ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਸ ਇਸਤਰੀ ਦੇ ਮਗਰ ਪਿਆ, ਅਤੇ ਜਿਹੜੀ ਉਹ ਮੁੰਡਾ ਜਣੀ ਸੀ, ਅਤੇ ਇਸਤਰੀ ਨੂੰ ਵੱਡੇ ਉਕਾਬ ਦੇ 2 ਪਰ ਦਿੱਤੇ ਗਏ, ਅਤੇ ਭਈ ਉੱਡ ਕੇ ਉਹ ਉਜਾੜ ਦੇ ਥਾਂ ਵਿੱਚ ਚਲੀ ਜਾਵੇ, ਜਿੱਥੇ ਸੱਪ ਦੇ ਮੂੰਹ ਬਚ ਕੇ ਉਸ ਸਮੇਂ 2 ਸਮਿਆਂ ਦੇ ਵਿੱਚ ਅੱਧੇ ਸਮੇਂ ਤੀਕਰ ਉਹਦੀ ਪਿਰਤਪਾਲ ਹੁੰਦੀ ਸੀ। ਅਤੇ ਸੱਪ ਨੇ ਇਸਤਰੀ ਨੇ ਪਿੱਛੇ ਦਰਿਆ ਵਾਂਗੂ ਆਪਣੇ ਮੂੰਹੋਂ ਪਾਣੀ ਵਗਾਇਆ ਭਈ ਉਹਨੂੰ ਰੁਲਾ ਦੇਵੇ, ਤਾਂ ਧਰਤੀ ਨੇ ਇਸਤਰੀ ਦੀ ਸਹਾਇਤਾ ਕੀਤੀ, ਅਤੇ ਧਰਤੀ ਨੇ ਆਪਣਾ ਮੂੰਹ ਅੱਡ ਕੇ ਉਸ ਨੂੰ ਦਰਿਆ ਵਿੱਚ ਪੀ ਲਿਆ। ਅਤੇ ਜਿਹੜਾ ਅਜਗਰ ਦੇ ਮੂੰਹੋਂ ਨੇ ਵਗਾਇਆ ਸੀ, ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ, ਅਤੇ ਉਸਨੇ ਵੰਸ਼ ਵਿੱਚੋਂ ਜਿਹੜੇ ਉੱਥੇ ਰਹਿੰਦੇ ਸਨ, ਜਿਹੜੇ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਕਰਦੇ ਸਨ ਅਤੇ ਯਿਸੂ ਦੀ ਸਾਖੀ ਭਰਦੇ ਸਨ, ਉਹਨਾਂ ਨਾਲ ਯੁੱਧ ਕਰਨ ਨੂੰ ਚਲਾ ਗਿਆ, ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ। 13ਵਾਂ ਬਾਬ। ਮੈਂ ਇੱਕ ਹੋਰ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿੱਠਾ, ਜਿਹਦੇ 10 ਸਿੰਘ ਅਤੇ 7 ਸਿਰ ਸਨ। ਉਹਦੇ ਸਿੰਘਾਂ ਉੱਤੇ 10 ਮੁਕਟ ਸਨ, ਅਤੇ ਉਹਦੇ ਸਿਰਾਂ ਉੱਤੇ ਕੁਫਰ ਦੇ 9 ਸਨ। ਅਤੇ ਜਿਹੜਾ ਦਰਿੰਦਾ ਮੈਂ ਡਿੱਠਾ, ਉਹਦੇ ਚੀਤੇ ਵਰਗਾ ਸੀ, ਅਤੇ ਉਹਦੇ ਪੈਰ ਰਿਛ ਦਿਆਂ ਪੈਰਾਂ ਵਰਗੇ ਸਨ, ਅਤੇ ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ। ਅਤੇ ਅਜਗਰ ਨੇ ਆਪਣੀ ਸਮਰਥਾ ਅਤੇ ਆਪਣੀ ਗੱਦੀ ਨਾਲ ਵੱਡਾ ਇਖਤਿਆਰ ਉਹਨੂੰ ਦੇ ਦਿੱਤਾ, ਅਤੇ ਉਹਨੂੰ ਉਹਦੇ ਸਿਰਾਂ ਵਿੱਚੋਂ ਇੱਕ ਨੂੰ, ਜਿਹਨੂੰ ਮੌਤ ਦਾ ਘਾਅ ਲੱਗਾ ਹੋਇਆ ਸੀ, ਵੇਖਿਆ, ਅਤੇ ਉਹਨੂੰ ਕਾਰੀ ਸੱਟ ਚੰਗੀ ਹੋ ਗਈ, ਅਤੇ ਉਹਦਾ ਸਾਰਾ ਸੰਸਾਰ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਲੱਗ ਗਿਆ। ਅਤੇ ਉਸਨੇ ਅਜਗਰ ਨੂੰ ਮੱਥਾ ਟੇਕਿਆ, ਇਸ ਲਈ ਜੋ ਉਸਨੇ ਦਰਿੰਦੇ ਨੂੰ ਆਪਣਾ ਇਖਤਿਆਰ ਦੇ ਦਿੱਤਾ ਸੀ। ਅਤੇ ਨਾਲੇ ਉਸਨੇ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ, ਭਾਈ ਇਸ ਦਰਿੰਦੇ ਦੇ ਤੁਲ ਕੌਣ ਹੈ, ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ? ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬਕਣ ਵਾਲਾ ਮੂੰਹ ਉੱਤੇ ਉਹਨੂੰ ਦਿੱਤਾ ਗਿਆ, ਅਤੇ ਉਹਨੂੰ ਇਹ ਇਖਤਿਆਰ ਦਿੱਤਾ ਗਿਆ ਭਾਈ 42 ਮਹੀਨਿਆਂ ਤੱਕ ਆਪਣਾ ਕੰਮ ਜਾਰੀ ਰੱਖੇ। ਉਹਨੇ ਪਰਮੇਸ਼ਵਰ ਦੇ ਵਿਰੁੱਧ ਕੁਫਰ ਬਕਣ ਨੂੰ ਆਪਣਾ ਮੂੰਹ ਅੱਡਿਆ, ਅਤੇ ਉਹਦੇ ਨਾਮ ਉੱਤੇ ਉਸ ਦੇ ਡੇਰੇ ਅਰਥਾਤ ਉਹਨਾਂ ਉੱਤੇ ਜਿਹੜੇ ਸਵਰਗ ਵਿੱਚ ਵਸਦੇ ਹਨ ਕੁਫਰ ਬਕੇ। ਅਤੇ ਉਹਨੂੰ ਇਹ ਦਿੱਤਾ ਗਿਆ ਭਈ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉਮਤ, ਪਾਖਿਆ ਅਤੇ ਕੌਮ, ਅਤੇ ਉਹਨੂੰ ਇਖਤਿਆਰ ਵੀ ਦਿੱਤਾ ਗਿਆ, ਅਤੇ ਧਰਤੀ ਦੇ ਸਾਰੇ ਵਾਸੀ ਉਹਨੂੰ ਮੱਥਾ ਟੇਕਣਗੇ, ਅਰਥਾਤ ਹਰੇਕ ਦਾ ਜਿਹਦਾ ਨਾਂ ਉਸ ਲੇਲੇ ਨੇ ਕੋਇਆ ਗਿਆ ਸੀ, ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ ਸੀ। ਅਤੇ ਜਿਹਦੇ ਕੰਨ ਹੋਣ ਸੋ ਸੁਣੇ। ਜੇ ਕਿਸੇ ਨੇ ਅਸੀਰੀ ਵਿੱਚ ਜਾਣਾ ਹੋਵੇ ਤਾਂ ਉਹ ਅਸੀਰੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਢੇ ਤਾਂ ਜ਼ਰੂਰ ਹੈ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਨੇਚਾ ਦਾ ਮੌਕਾ ਹੈ। ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਿਆਂ ਡਿੱਠਾ, ਅਤੇ ਇੱਕ ਲੇਲੇ ਜੇ ਉਹਦੇ 2 ਸਿੰਘ ਸਨ, ਅਤੇ ਅਜਗਰ ਵਾਂਗੂ ਉਹ ਬੋਲਦਾ ਸੀ, ਅਤੇ ਉਸ ਉੱਤੇ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਇਖਤਿਆਰ ਵਰਤਦਾ ਸੀ। ਅਤੇ ਧਰਤੀ ਦੇ ਸਾਰੇ ਵਾਸੀਆਂ ਉਸ ਦੇ ਕੋਲੋਂ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ, ਅਤੇ ਸਾਰੀ ਕਾਰੀ ਸੱਟ ਚੰਗੀ ਹੋ ਗਈ, ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ। ਇੱਥੋਂ ਥੋੜ੍ਹੀ ਮਨੁੱਖਾਂ ਦੇ ਸਾਹਮਣੇ ਆਕਾਸ਼ੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਸੀ। ਅਤੇ ਉਹਨਾਂ ਨੂੰ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਦਾ ਉਹਨੂੰ ਇਖਤਿਆਰ ਦਿੱਤਾ ਗਿਆ ਸੀ, ਉਸ ਨੇ ਧਰਤੀ ਦੇ ਸਾਰੇ ਵਾਸੀਆਂ ਨੂੰ ਭਰਮਾਉਂਦਾ, ਅਤੇ ਧਰਤੀ ਦੇ ਸਾਰੇ ਵਾਸੀਆਂ ਨੂੰ ਆਖਦਾ ਸੀ, ਉਸ ਦਰਿੰਦੇ ਦੀ ਮੂਰਤ ਬਣਾਓ ਜਿਹਨੂੰ ਤਲਵਾਰ ਦੀ ਸੱਟ ਵੱਜੀ, ਉਹ ਜਿਉਂਦਾ ਰਿਹਾ। ਅਤੇ ਉਹਨੂੰ ਇਹ ਵੀ ਦਿੱਤਾ ਗਿਆ ਭਈ ਉਹ ਦਰਿੰਦੇ ਦੀ ਮੂਰਤੀ ਵਿੱਚ ਸਵਾਸ ਪਾ ਦੇਵੇ, ਤਾਂ ਜੋ ਦਰਿੰਦੇ ਦੀ ਮੂਰਤੀ ਬੋਲੇ, ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਕਰਨ ਨਾ ਉਹ ਕਰਨ, ਉਹ ਵੱਢੇ ਜਾਣ। ਤਾਂ ਉਹਨਾਂ ਸਭਨਾਂ ਛੋਟਿਆਂ ਵੱਡਿਆਂ, ਧਨੀਆਂ ਗਰੀਬਾਂ, ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਵਾ ਦਿੰਦਾ ਹੈ, ਅਤੇ ਉਹ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਲੱਗਾ, ਅਰਥਾਤ ਉਹ ਦਰਿੰਦੇ ਦਾ ਨਾਂ ਹੋਵੇ, ਉਸ ਦਾ ਅੰਗ ਲੱਗਾ ਹੋਵੇ। ਇਹ ਗਿਆਨ ਦਾ ਮੌਕਾ ਹੈ। ਜਿਹਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ। ਉਹ ਮਨੁੱਖ ਦਾ ਅੰਗ ਹੈ, ਅਤੇ ਉਹਦਾ ਅੰਗ 666 ਹੈ। 14ਵਾਂ ਬਾਬ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਲੇਲਾ ਸਿਓਨ ਦੇ ਪਹਾੜ ਉੱਤੇ ਖਲੋਤਾ ਹੈ, ਅਤੇ ਉਹਦੇ ਨਾਲ 1,44,000 ਸਨ, ਅਤੇ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਨਾਂ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਬਾਹਲੇ ਪਾਣੀਆਂ ਦੀ ਕੂਕ ਜਿਹੀ, ਵੱਡੀ ਬੱਦਲ ਦੀ ਗਰਜ ਦੇ ਖੜਾਕ ਜਿਹੀ ਆਕਾਸ਼ੋਂ ਇੱਕ ਆਵਾਜ਼ ਸੁਣੀ। ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲੀ ਅਤੇ ਰਬਾਬ ਜਿਹੀ ਸੀ। ਅਤੇ ਜਿਹੜੇ ਆਪਣੇ ਰਬਾਬ ਵਜਾਉਂਦੇ ਸਨ ਉਹ ਸਿੰਘਾਸਨ ਦੇ ਅੱਗੇ 14 ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ
ਇੱਕ ਨਵਾਂ ਗੀਤ ਗਾਉਂਦੇ ਸਨ ਅਤੇ ਉਹਨਾਂ ਨੂੰ 1,44,000 ਵਿੱਚੋਂ ਅਤੇ ਉਹਨਾਂ ਦੇ ਬਿਨਾਂ ਧਰਤੀਓਂ ਮੁੱਲ ਲਏ ਕੋਈ ਹੋਰ ਗੀਤ ਉਸ ਨੂੰ ਸਿੱਖ ਨਾ ਸਿੱਕਿਆ। ਅਤੇ ਇਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਅਤੇ ਜੋ ਇਹ ਕੁਆਰੇ ਹਨ, ਅਤੇ ਇਹ ਹਨ ਭਾਈ ਜਿਹੜੇ ਕਿਤੇ ਲੇਲਾ ਜਾਂਦਾ ਹੈ ਅਤੇ ਉਹਦੇ ਮਗਰ ਤੁਰਦੇ ਹਨ। ਇਹ ਪਰਮੇਸ਼ਰ ਦੇ ਲੇਲੇ ਲਈ ਪਹਿਲਾ ਫਲ ਹੋਣ ਦੇ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿਕਲਿਆ। ਉਹ ਨਿਰਦੋਸ਼ ਹਨ। ਅਤੇ ਮੈਂ ਇੱਕ ਹੋਰ ਦੂਤ ਨੂੰ ਸੰਦੀਪਕ ਕਾਲ ਦੀ ਅੰਜੀਲ ਨਾਲ ਆਕਾਸ਼ ਵਿੱਚ ਉੱਡਦਿਆਂ ਵੇਖਿਆ ਅਤੇ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਨੂੰ ਅਤੇ ਭਾਖਿਆਂ ਨੂੰ ਅਤੇ ਉਮਤ ਨੂੰ ਖੁਸ਼ਖਬਰੀ ਸੁਣਾਵੇ। ਅਤੇ ਉਸਨੇ ਵੱਡੀ ਆਵਾਜ਼ ਨਾਲ ਇਹ ਆਖਿਆ, ਭਈ ਪਰਮੇਸ਼ਵਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ। ਅਤੇ ਜਿਨ੍ਹੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੀਆਂ ਸੁੰਬਾਂ ਨੂੰ ਬਣਾਇਆ ਹੈ, ਉਹਨਾਂ ਨੂੰ ਮੱਥਾ ਟੇਕੋ। ਉਹਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ, ਭਈ ਟਹਿ ਪਏ ਬਾਬੁਲ, ਅਤੇ ਉਹ ਵੱਡੀ ਨਗਰੀ ਟਹਿ ਪਈ ਅਤੇ ਉਹ ਸਾਰੀ ਹਰਾਮਕਾਰੀ ਦੇ ਕਰੋਧ ਦੀ ਮੈਂ ਸਭ ਕੌਮਾਂ ਨੂੰ ਪਿਆਈ। ਅਤੇ ਉਹਨਾਂ ਦੇ ਪਿੱਛੋਂ ਤੀਜਾ ਦੂਤ ਆਪਣੀ ਵੱਡੀ ਆਵਾਜ਼ ਨਾਲ ਇਹ ਕਹਿੰਦਾ ਆਇਆ, ਭਈ ਜੋ ਕੋਈ ਉਸ ਦਰਿੰਦੇ ਨੂੰ ਜਿਹੜਾ ਉਹਦੀ ਮੂਰਤੀ ਦੀ ਪੂਜਾ ਕਰਦਾ ਹੈ ਆਪਣੇ ਮੱਥੇ ਜਾਂ ਹੱਥ ਉੱਤੇ ਦਾਗ ਲਵਾਉਂਦਾ ਹੈ, ਤਾਂ ਉਹ ਪਰਮੇਸ਼ਵਰ ਦੇ ਕਰੋਧ ਦਾ ਮੈਂ ਪੀਵੇਗਾ। ਅਤੇ ਉਹਦੇ ਕਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਲੇਲੇ ਦੇ ਸਾਹਮਣੇ ਅੱਗ ਵਿੱਚ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਜੁਗੋ ਜੁਗ ਉੱਠਦਾ ਰਹਿੰਦਾ ਹੈ। ਸੋ ਉਹ ਜਿਹੜੇ ਦਰਿੰਦੇ ਦੀ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ, ਉਹ ਜਿਹੜੇ ਉਹਨਾਂ ਦੇ ਨਾਂ ਉੱਤੇ ਦਾਗ ਲਾਉਂਦੇ ਹਨ, ਰਾਤ ਦਿਨ ਕਦੇ ਚੈਨ ਨਾ ਪਾਉਂਦੇ ਅਤੇ ਸੰਤਾਂ ਦੇ ਸਬਰ ਦਾ ਮੌਕਾ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੇ ਹੁਕਮਾਂ ਅਤੇ ਯਿਸੂ ਦੀ ਨਿਹਚਾ ਦੀ ਕਰਦੇ ਸਨ। ਅਤੇ ਫਿਰ ਮੈਂ ਇੱਕ ਆਵਾਜ਼ ਆਕਾਸ਼ੋਂ ਆਖਦੇ ਇਹ ਸੁਣੀ, ਭਈ ਲਿਖ ਲੈ, ਧੰਨ ਹਨ ਉਹ ਮੁਰਦੇ ਜਿਹੜੇ ਐਦੋਂ ਅੱਗੇ ਪ੍ਰਭੂ ਯਿਸੂ ਮਸੀਹ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਆਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਜਾਂਦੇ ਹਨ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਹੋਏ ਆਪਣੇ ਹੱਥ ਵਿੱਚ ਤਿੱਖੀ ਦਾਤਰੀ ਫੜੀ ਬੈਠਾ ਹੈ। ਅਤੇ ਇੱਕ ਹੋਰ ਦੂਤ ਹੈਕਲੋਂ ਨਿਕਲਿਆ ਜਿਹੜਾ ਬੱਦਲ ਉੱਤੇ ਬੈਠਾ ਸੀ ਅਤੇ ਉਹਨੂੰ ਵੱਡੀ ਆਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਦੇ ਅਤੇ ਵੱਢ ਸੁੱਟ, ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਇਸ ਲਈ ਜੋ ਧਰਤੀ ਦੀ ਫਸਲ ਬਹੁਤ ਪੱਕ ਚੁੱਕੀ ਹੈ। ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹਨੇ ਆਪਣੀ ਦਰਾਤੀ ਧਰਤੀ ਉੱਤੇ ਫੇਰੀ ਤਾਂ ਧਰਤੀ ਦੀ ਫਸਲ ਵੱਢੀ ਗਈ। ਤਾਂ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿਕਲਿਆ ਜਿਹੜਾ ਸਵਰਗ ਵਿੱਚ ਹੈ ਅਤੇ ਉਹਦੇ ਕੋਲ ਵੀ ਇੱਕ ਤਿੱਖੀ ਦਾਤਰੀ ਸੀ। ਇੱਕ ਹੋਰ ਦੂਤ ਨੂੰ ਜਿਹਨੂੰ ਅੱਗੇ ਇਖਤਿਆਰ ਸੀ ਜਗਵੇਦੀ ਵਿੱਚੋਂ ਨਿਕਲਿਆ ਅਤੇ ਉਹਨੇ ਉੱਚੀ ਆਵਾਜ਼ ਨਾਲ ਦੇ ਕੇ ਉਸ ਨੂੰ ਆਖਿਆ ਅਤੇ ਉਹ ਜਿਹਦੇ ਕੋਲ ਉਹ ਦਾਤਰੀ ਸੀ, ਭਈ ਆਪਣੀ ਤਿੱਖੀ ਦਾਤਰੀ ਨੂੰ ਫੇਰ ਕੇ ਧਰਤੀ ਦੇ ਬੇਲ ਦੀਆਂ ਗੁੱਛਿਆਂ ਨੂੰ ਵੱਢ ਲੈ, ਕਿਉਂ ਜੋ ਉਹਦੇ ਅੰਗੂਰ ਡਾਢੇ ਪੱਕ ਚੁੱਕੇ ਹਨ। ਤਦ ਉਸਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੇ ਅੰਗੂਰ ਵੱਢ ਲਈ ਅਤੇ ਚਬੂਚੇ ਵਿੱਚ ਅਰਥਾਤ ਪਰਮੇਸ਼ਵਰ ਦੇ ਕਰੋਧ ਦੇ ਚਬੂਚੇ ਵਿੱਚ ਸੁੱਟ ਦਿੱਤੀ। ਅਤੇ ਉਹ ਚਬੂਚਾ ਨਗਰੀ ਦੇ ਬਾਹਰ ਲੜਾਇਆ ਗਿਆ ਅਤੇ ਚਬੂਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੋੜੀ ਕਈ 150 ਕੋਹਾਂ ਤੱਕ ਲਹੂ ਵਗਿਆ। 15ਵਾਂ ਬਾਬ। ਮੈਂ ਆਕਾਸ਼ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਡਿੱਠਾ, ਅਰਥਾਤ 7 ਦੂਤ ਅਤੇ 7 ਬਵਾਲ ਲਾਏ ਹੋਏ ਖਲੋਤੇ ਸਨ, ਜਿਹੜੀਆਂ 6 ਕੜਲੀਆਂ ਸਨ, ਕਿਉਂ ਜੋ ਉਹਨਾਂ ਦੇ ਨਾਲ ਪਰਮੇਸ਼ਰ ਦਾ ਕਰੋਧ ਸੰਪੂਰਨ ਹੋਇਆ। ਅਤੇ ਮੈਂ ਇੱਕ ਸਮੁੰਦਰ ਨੂੰ ਜਾਣੋ ਕੱਚ ਦਾ ਵੇਖਿਆ ਅਤੇ ਉਸ ਵਿੱਚ ਅੱਗ ਮਿਲੀ ਹੋਈ ਸੀ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਉੱਤੇ, ਉਹਦੀ ਮੂਰਤ ਉੱਤੇ ਅਤੇ ਉਹਦੇ ਨਾਮ ਦੇ ਅੰਗ ਉੱਤੇ ਫਤਹ ਪਾਈ, ਮੈਂ ਉਹਨਾਂ ਨੂੰ ਪਰਮੇਸ਼ਰ ਦੇ ਰਬਾਬ ਫੜੀ ਹੋਈ ਕੱਚ ਦੇ ਸਮੁੰਦਰ ਵਿੱਚ ਖਲੋਤੇ ਵੇਖਿਆ। ਅਤੇ ਉਹ ਪਰਮੇਸ਼ਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਸਨ, ਹੇ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ, ਵੱਡੇ ਅਚਰਜ ਹਨ ਤੇਰੇ ਕੰਮ, ਹੇ ਕੌਮਾਂ ਦੇ ਪਾਤਸ਼ਾਹ, ਯਥਾਰਥ ਅਤੇ ਸੱਚ ਹਨ ਤੇਰੇ ਮਾਰਗ। ਹੇ ਪ੍ਰਭੂ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ। ਅਤੇ ਤੂੰ ਇਕੱਲਾ ਪਵਿੱਤਰ ਹੈ ਅਤੇ ਸਾਰੀਆਂ ਕੌਮਾਂ ਆਉਣਗੀਆਂ ਅਤੇ ਜੋ ਤੇਰੇ ਅੱਗੇ ਮੱਥਾ ਟੇਕਣਗੀਆਂ ਅਤੇ ਇਸ ਲਈ ਤੇਰੇ ਨਿਆਂ ਦੇ ਕਰਮ ਨੂੰ ਪ੍ਰਗਟ ਹੋਣਗੇ। ਅਤੇ ਇਹਦੇ ਮਗਰੋਂ ਮੈਂ ਡਿੱਠਾ ਅਤੇ ਸਾਖੀ ਵਾਂਗੂ ਤੰਬੂ ਦੀ ਹੈਕਲ ਵਿੱਚ ਜਿਹੜੀ ਸਵਰਗ ਵਿੱਚ ਖੋਲ੍ਹੀ ਗਈ ਸੀ ਅਤੇ ਮੈਂ ਉਸ ਵਿੱਚ 7 ਦੂਤ ਜਿਨ੍ਹਾਂ ਕੋਲ 7 ਬਵਾ ਸਨ, ਸਾਫ਼ ਚਮਕਦੀ ਕਤਾਨ ਅਤੇ ਪਹਿਲੇ ਸੋਨੇ ਦੀ ਪੇਟੀ ਛਾਤੀ ਦੇ ਦੁਆਲੇ ਬੰਨੀ ਹੈਕਲ ਵਿੱਚੋਂ ਨਿਕਲੇ ਅਤੇ ਚੌਹਾਂ ਜੰਤੂਆਂ ਵਿੱਚੋਂ
ਇੱਕ ਨੇ ਉਹਨਾਂ ਦੂਤਾਂ ਨੂੰ ਸੋਨੇ ਦੇ 7 ਕਟੋਰੇ ਫੜਾਏ ਅਤੇ ਜੁਗੋ ਜੁਗ ਜਿਉਂਦੇ ਪਰਮੇਸ਼ਵਰ ਦੇ ਕ੍ਰੋਧ ਨਾਲ ਭਰੇ ਹੋਏ ਸਨ ਅਤੇ ਪਰਮੇਸ਼ਵਰ ਦੇ ਤੇਜ ਅਤੇ ਉਹਦੀ ਸਮਰਥਾ ਤੋਂ ਹੈਕਲ ਦੇ ਧੂਏ ਨਾਲ ਭਰ ਗਈ ਅਤੇ ਜਿੰਨਾ ਚਿਰ ਉਹਨਾਂ ਸੰਤਾਂ ਵਿੱਚ ਦੂਤਾਂ ਦਾ ਧੂੰਆਂ ਅਤੇ 7 ਬਵਾਂ ਪੂਰੀਆਂ ਨਾ ਹੋਈਆਂ ਤਾਂ ਉਹਨਾਂ ਚਿਰ ਹੈਕਲ ਵਿੱਚ ਕੋਈ ਜਾ ਨਾ ਸਕਿਆ। 16ਵਾਂ ਬਾਬ। ਮੈਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਉਹਨਾਂ 7 ਦੂਤਾਂ ਨੂੰ ਇਹ ਆਖਦੇ ਸੁਣੀ, ਭਈ ਚੱਲੋ ਅਤੇ ਪ੍ਰਭੂ ਪਰਮੇਸ਼ਵਰ ਦੇ ਕ੍ਰੋਧ ਦੇ 7 ਕਟੋਰੇ ਧਰਤੀ ਉੱਤੇ ਉਲੱਦ ਦਿਓ। ਪਹਿਲੇ ਨੇ ਜਦ ਆਪਣਾ ਕਟੋਰਾ ਧਰਤੀ ਉੱਤੇ ਉਲੱਦ ਦਿੱਤਾ ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਲੱਗਾ ਸੀ, ਉਹ ਜੋ ਉਸ ਦੀ ਪੂਜਾ ਕਰਦੇ ਸਨ, ਉਹਨਾਂ ਨੂੰ ਉਸ ਤੋਂ ਬੁਰਾ ਡਾਢਾ ਕਾਉ ਪੈ ਗਿਆ। ਤਾਂ ਦੂਜੇ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਲੱਦ ਦਿੱਤਾ ਤਾਂ ਮੁਰਦੇ ਦੇ ਲਹੂ ਵਰਗਾ ਜਿਹਾ ਬਣ ਗਿਆ ਅਤੇ ਹਰੇਕ ਜਾਨ ਜਿਹੜੀ ਸਮੁੰਦਰ ਵਿੱਚ ਸੀ ਮਰ ਗਈ। ਅਤੇ ਫਿਰ ਤੀਜੇ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀ ਦੀਆਂ ਸੁੰਭਾਂ ਉੱਤੇ ਉਲੱਦ ਦਿੱਤਾ ਤਾਂ ਉਸ ਤੋਂ ਲਹੂ ਬਣ ਗਏ ਅਤੇ ਪ੍ਰਾਣੀਆਂ ਅਤੇ ਪਾਣੀ ਵਿੱਚ ਸਭ ਜਿਹੜੇ ਸਨ। ਦੂਤ ਉਹਨਾਂ ਨੂੰ ਆਖਦੇ ਸਨ, ਹੇ ਪਵਿੱਤਰ ਪੁਰਖ, ਤੂੰ ਜੋ ਹੈ ਅਤੇ ਤੂੰ ਜੋ ਸੈਂ ਅਤੇ ਤੂੰ ਧਰਮੀ ਹੈ ਅਤੇ ਤੇਰੇ ਇਉਂ ਨਹੁੰ ਜੋ ਕੀਤਾ ਹੈ, ਕਿਉਂ ਜੋ ਨੇ ਆਪਣੇ ਸੰਤਾਂ ਦੇ ਅਤੇ ਨਬੀਆਂ ਦਾ ਲਹੂ ਵਹਾਇਆ ਤਾਂ ਤੂੰ ਉਹਨਾਂ ਨੂੰ ਪੀਣ ਦੇ ਲਈ ਲਹੂ ਦਿੱਤਾ, ਸੋ ਇਸ ਯੋਗ ਹਨ। ਫਿਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਹਨ ਅਤੇ ਯਥਾਰਥ ਹਨ। ਚੌਥੇ ਨੇ ਆਪਣਾ ਕਟੋਰਾ ਸੂਰਜ ਉੱਤੇ ਉਲੱਦ ਦਿੱਤਾ ਤਾਂ ਉਹਨੂੰ ਇਹ ਦਿੱਤਾ ਗਿਆ, ਭਈ ਮਨੁੱਖਾਂ ਨੂੰ ਅੱਗ ਨਾਲ ਝੁਲਸੇ ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸੇ ਗਏ ਅਤੇ ਪਰਮੇਸ਼ਵਰ ਦੀ ਇਹਨਾਂ ਬਵਾ ਅਤੇ ਇਖਤਿਆਰ ਹੈ ਅਤੇ ਉਹਦੇ ਨਾਮ ਦਾ ਕੁਫਰ ਬਕਣ ਲੱਗ ਪਏ ਅਤੇ ਤੌਬਾ ਨਾ ਕੀਤੀ, ਭਈ ਉਹਦੀ ਵਡਿਆਈ ਕਰਨ। ਪੰਜਵੇਂ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਉਲੱਦ ਦਿੱਤਾ ਤਾਂ ਉਹਦਾ ਰਾਜ ਹਨੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦਿਆਂ ਮਾਰਿਆਂ ਆਪਣੀਆਂ ਜੀਭਾਂ ਚੱਬੀਆਂ ਅਤੇ ਉਹਨਾਂ ਨੇ ਆਪਣੇ ਦੁੱਖਾਂ ਦੇ ਕਾਰਨ, ਆਪਣੀਆਂ ਕਾਵਾਂ ਦੇ ਕਾਰਨ ਸਵਰਗ ਦੇ ਪਰਮੇਸ਼ਵਰ ਉੱਤੇ ਕੁਫਰ ਬਕਿਆ ਅਤੇ ਆਪਣੀਆਂ ਕੰਮਾਂ ਤੋਂ ਤੌਬਾ ਨਾ ਕੀਤੀ। ਛੇਵੇਂ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫਰਾਤ ਉੱਤੇ ਉਲੱਦ ਦਿੱਤਾ ਅਤੇ ਉਸ ਦਾ ਪਾਣੀ ਸੁੱਕ ਗਿਆ ਜੋ ਚੜ੍ਹਦੀ ਵੱਲੋਂ ਅਤੇ ਜਿਹੜੇ ਰਾਜੇ ਆਉਣ ਵਾਲੇ ਸਨ ਅਤੇ ਉਹਨਾਂ ਦੇ ਰਾਹ ਲਈ ਤਿਆਰ ਕੀਤਾ ਜਾਵੇ। ਅਸਗਰ ਦੇ ਮੂੰਹ ਵਿੱਚੋਂ ਅਤੇ ਉਸ ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਜਿਹੇ 3 ਭ੍ਰਿਸ਼ਟ ਆਤਮੇ ਨਿਕਲਦੇ ਵੇਖੇ, ਕਿਉਂ ਜੋ ਇਹ ਨਿਸ਼ਾਨ ਵਿਖਾਉਣ ਅਤੇ ਭੂਤਾਂ ਦੇ ਆਤਮੇ ਹਨ ਅਤੇ ਜਿਹੜੇ ਜਗਤ ਦਿਆਂ ਰਾਜਾਂ ਦੇ ਕੋਲ ਜਾਂਦੇ ਹਨ ਅਤੇ ਉਹਨਾਂ ਨੂੰ ਪਰਮੇਸ਼ਰ ਸਰਵ ਸ਼ਕਤੀਮਾਨ ਅਤੇ ਉਸ ਦੇ ਵੱਡੇ ਦਿਹਾੜੇ ਦੇ ਯੁੱਗ ਲਈ ਇਕੱਠਾ ਕਰਦੇ ਹਨ। ਵੇਖੋ, ਮੈਂ ਚੋਰ ਵਾਂਗੂ ਆਉਂਦਾ ਹਾਂ। ਧੰਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ, ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹਦੀ ਸ਼ਰਮ ਨਾ ਵੇਖਣ ਤੇ ਨਾ ਉਹਨਾਂ ਨੂੰ ਉਹ ਥਾਂ ਇਕੱਠਾ ਕੀਤਾ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮੇਗਿਦੋਨ ਆਖਦੇ ਹੈ। ਅਤੇ 7ਵੇਂ ਦੂਤ ਨੇ ਆਪਣਾ ਕਟੋਰਾ ਪਾਉਣ ਉੱਤੇ ਉਲੱਦ ਦਿੱਤਾ ਤਾਂ ਸਿੰਘਾਸਨ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਆਵਾਜ਼ ਆਖਦੀ ਨਿਕਲੀ, ਭਈ ਹੋ ਚੁੱਕਿਆ, ਅਤੇ ਬਿਜਲੀਆਂ ਦੀ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਵੱਡਾ ਭੂਚਾਲ ਆਇਆ, ਅਜਿਹਾ ਭਈ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਆਇਆ ਸੀ। ਅਤੇ ਉਹ ਵੱਡੀ ਨਗਰੀ 3 ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਟਹਿ ਪਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ਵਰ ਦੇ ਦਰਗਾਹੇ ਚੇਤੇ ਆਈ, ਭਈ ਆਪਣੇ ਅੱਤ ਵੱਡੇ ਕ੍ਰੋਧ ਦਾ ਮੈਂ ਦਾ ਪਿਆਲਾ ਉਹਨੂੰ ਦੇਵੇ। ਅਤੇ ਹਰੇਕ ਟਾਪੂ ਨੱਸ ਗਿਆ ਅਤੇ ਪਹਾੜ ਦਾ ਪਤਾ ਨਾ ਲੱਗਾ ਅਤੇ ਕਾਸ਼ੋ ਮਨੁੱਖਾਂ ਨੂੰ ਜਾਣੀਦਾ ਹੈ। ਮਨ 20 ਗੜੇ ਪਏ ਅਤੇ ਗੜਿਆਂ ਦੀ ਬਵਾ ਦੇ ਮਾਰੇ ਮਨੁੱਖਾਂ ਨੇ ਪਰਮੇਸ਼ਵਰ ਦੇ ਉੱਤੇ ਕੁਫਰ ਬਕਿਆ, ਕਿਉਂ ਜੋ ਉਹਨਾਂ ਦੀ ਬਵਾ ਡਾਢੀ ਕੜਵੀ ਸੀ। 17ਵਾਂ ਬਾਬ। ਉਹਨਾਂ 7 ਦੂਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ, ਇੱਕ ਨੇ ਆ ਕੇ ਆਖਿਆ, ਮੇਰੇ ਨਾਲ ਗੱਲ ਕੀਤੀ ਅਤੇ ਮੈਨੂੰ ਆਖਿਆ, ਉਰੇ ਆ ਤਾਂ ਮੈਂ ਉਸਨੂੰ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਅਤੇ ਜਿਹੜੀ ਬਹੁਤਿਆਂ ਪਾਣੀਆਂ ਨਾਲ ਬੈਠੀ ਹੋਈ ਸੀ ਅਤੇ ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੇ ਨਾਲ ਮਸਤ ਹੋਏ। ਅਤੇ ਉਹਨੇ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਇੱਕ ਤੀਵੀ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਨਾਲ ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ, ਜਿਹਦੇ ਉੱਤੇ 7 ਸਿਰ ਅਤੇ 10 ਸਿੰਘ ਸਨ, ਬੈਠੇ ਵੇਖਿਆ। ਅਤੇ ਉਹਦੀ ਤੀਵੀ ਨੇ ਬੈਂਗਨੀ ਅਤੇ ਕਿਰਮਚੀ ਪੋਸ਼ਾਕ ਪਹਿਨੀ ਹੋਈ ਅਤੇ ਸੋਨੇ ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਅਤੇ ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਘਿਨਾਉਣੀਆਂ ਵਸਤਾਂ ਨਾਲ ਉਹ ਹਰਾਮਕਾਰੀ ਦੀਆਂ ਪਿਸ਼ਟਾਂ ਤਾਈਆਂ ਨਾਲ ਭਰੀਆਂ ਹੋਈਆਂ ਸੀ। ਅਤੇ ਉਹਨੇ ਆਪਣੇ ਮੱਥੇ ਉੱਤੇ ਇਹ ਭੇਤ ਵਾਲਾ ਨਾਂ ਲਿਖਿਆ, ਭਈ ਅਰਥਾਤ ਬਾਬੁਲ ਦੀ ਵੱਡੀ ਨਗਰੀ, ਕੰਜਰੀਆਂ ਦੇ ਅਤੇ ਧਰਤੀ ਦੀਆਂ ਘਿਨਾਉਣੀਆਂ ਵਸਤਾਂ ਦੀ ਮਾਂ।
ਅਤੇ ਮੈਂ ਉਸ ਤੀਵੀ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦਿਆਂ ਸ਼ਹੀਦਾਂ ਦੇ ਲਹੂ ਦੇ ਨਾਲ ਮਸਤ ਹੋਈ ਵੇਖਿਆ ਅਤੇ ਉਹਨੂੰ ਵੇਖ ਕੇ ਮੈਂ ਡਾਢਾ ਅਚਰਜ ਹੋ ਕੇ ਹੱਕਾ ਬੱਕਾ ਰਹਿ ਗਿਆ। ਅਤੇ ਦੂਤ ਨੇ ਮੈਨੂੰ ਆਖਿਆ, ਭਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈ? ਉਹ ਤੀਵੀ ਅਤੇ ਜੋ ਦਰਿੰਦਾ ਉਸ ਉੱਤੇ ਸਵਾਰ ਹੈ ਅਤੇ 7 ਸਿਰ ਅਤੇ 10 ਸਿੰਘ ਹਨ, ਅਤੇ ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ। ਅਤੇ ਉਹ ਦਰਿੰਦਾ ਜਿਹੜਾ ਤੂੰ ਵੇਖਿਆ ਹੈ ਸੋ ਹੈ ਸੀ ਨਹੀਂ ਹੈਗਾ, ਅਤੇ ਉਹਨੇ ਅਥਾਹ ਕੁੰਡ ਵਿੱਚ ਚੜ੍ਹ ਆਉਣਾ ਹੈ ਅਤੇ ਨਸ਼ਟ ਹੋ ਜਾਣਾ ਹੈ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦੇ ਨਾਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਲੈ ਭਾਈ ਉਹ ਹੈ ਕਿ ਨਹੀਂ ਹੈਗਾ। ਅਤੇ ਫਿਰ ਆਉਂਦਾ ਹੈ ਜੋ ਅਚਰਜ ਹੋ ਜਾਣਗੇ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੈ। ਅਤੇ 7 ਸਿਰ ਅਤੇ 7 ਟਿੱਲੇ ਹਨ, ਜਿੱਥੇ ਤੀਵੀ ਉਹਨਾਂ ਨਾਲ ਬੈਠੀ ਹੋਈ ਹੈ, ਅਤੇ 7 ਰਾਜੇ ਵੀ ਹਨ, ਅਤੇ 5 ਡਿੱਗ ਪਏ ਹਨ, ਅਤੇ ਇੱਕ ਹੀ ਹੈ, ਅਤੇ ਜਿਹੜਾ ਇੱਕ ਅਜੇ ਨਹੀਂ ਆਇਆ। ਅਤੇ ਜਦੋਂ ਆਵੇਗਾ ਅਤੇ ਉਹ ਥੋੜ੍ਹਾ ਚਿਰ ਰਹਿਣਾ ਜ਼ਰੂਰੀ ਹੈ, ਪਰ ਉਹ ਦਰਿੰਦਾ ਜਿਹੜਾ ਹੈ ਸੀ ਨਹੀਂ ਹੈਗਾ, ਸੋ ਆਪ ਵੀ 8ਵਾਂ ਹੈ, ਅਤੇ ਨਾਲੇ ਉਹਨਾਂ 7 ਵਿੱਚੋਂ ਜਿਹੜੇ ਉਹ ਨਸ਼ਟ ਹੋ ਜਾਵੇਗਾ। ਉਸ 10 ਸਿੰਘ ਜਿਹੜੇ ਤੂੰ ਵੇਖੇ ਹਨ 10 ਰਾਜੇ ਹਨ, ਅਤੇ ਜਿਹੜੇ ਅਜੇ ਰਾਜ ਨਹੀਂ ਮਿਲਿਆ, ਪਰ ਉਹ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨਾਲ ਇਖਤਿਆਰ ਮਿਲਦਾ ਹੈ। ਅਤੇ ਇਹ ਇੱਕੋ ਮਤ ਹੈ ਅਤੇ ਆਪਣੀ ਸਮਰੱਥਾ ਅਤੇ ਵੱਡੇ ਇਖਤਿਆਰ ਨਾਲ ਉਸ ਦਰਿੰਦੇ ਨੂੰ ਵੰਡ ਦਿੰਦੇ ਹਨ, ਅਤੇ ਲੇਲੇ ਨਾਲ ਯੁੱਧ ਕਰਨਗੇ, ਅਤੇ ਲੇਲਾ ਉਹਨਾਂ ਉੱਤੇ ਫਤਹ ਪਾਵੇਗਾ। ਅਤੇ ਇਸ ਲਈ ਜੋ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਸਨ ਅਤੇ ਚੁਣੇ ਹੋਏ ਹਨ ਅਤੇ ਮਾਤਬਰ ਸਨ। ਅਤੇ ਉਹਨਾਂ ਨੇ ਮੈਨੂੰ ਆਖਿਆ, ਜਿਹੜੇ ਪ੍ਰਾਣੀ ਤੈਂ ਵੇਖੇ, ਉਹ ਕੰਜਰੀ ਜਿੱਥੇ ਬੈਠੀ ਹੈ, ਉਹ ਉਮਤਾ ਦੇ ਮਹਾਨ ਅਤੇ ਕੌਮਾਂ ਦੀ ਪਾਖਿਆ ਹਨ। ਅਤੇ ਜਿਹੜੇ 10 ਸਿੰਘ ਤੂੰ ਵੇਖੇ ਹਨ, ਅਤੇ ਨਾਲੇ ਉਹ ਦਰਿੰਦਾ ਉਸ ਕੰਜਰੀ ਨਾਲ ਵੈਰ ਕਰਨਗੇ, ਅਤੇ ਉਹਨੂੰ ਜਾੜ ਦੇਣਗੇ, ਅਤੇ ਨੰਗਿਆ ਕਰਨਗੇ, ਅਤੇ ਉਸ ਦਾ ਮਾਸ ਖਾਣਗੇ, ਅਤੇ ਉਹਨੂੰ ਅੱਗ ਨਾਲ ਸਾੜ ਸੁੱਟਣਗੇ, ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਦੇ ਦਿਲਾਂ ਵਿੱਚ ਇਹ ਪਾਇਆ, ਭਈ ਉਹਦੀ ਮਨਸ਼ਾ ਨੂੰ ਪੂਰੀ ਕਰਨ, ਅਤੇ ਇੱਕੋ ਮਤ ਤੇ ਹੋਣ ਕਰਕੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ, ਜਿੰਨਾ ਚਿਰ ਪਰਮੇਸ਼ਵਰ ਦਾ ਵਚਨ ਪੂਰਾ ਨਾ ਹੋ ਲੈਣ। ਅਤੇ ਉਹ ਤੀਵੀ ਜੋ ਤੂੰ ਵੇਖੀ ਸੀ, ਉਹ ਵੱਡੀ ਇੱਕ ਨਗਰੀ ਹੈ, ਜਿਹੜੀ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ। 18ਵਾਂ ਬਾਬ। ਇਹਦੇ ਮਗਰੋਂ ਮੈਂ ਇੱਕ ਹੋਰ ਦੂਤ ਨੂੰ ਆਕਾਸ਼ੋਂ ਉਤਰਾ ਦੇਖਾ, ਅਤੇ ਜਿੱਡਾ ਵੱਡਾ ਅਖਤਿਆਰ ਸੀ, ਅਤੇ ਉਹਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ। ਅਤੇ ਉਹਨੇ ਡਾਢੀ ਉੱਚੀ ਆਵਾਜ਼ ਨਾਲ ਹਾਕ ਮਾਰ ਕੇ ਆਖਿਆ, ਟੈਪ ਹੈ ਬਾਬੁਲ, ਵੱਡੀ ਨਗਰੀ ਟੈਪ ਹੈ, ਤਾਂ ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਅਤੇ ਹਰ ਭ੍ਰਿਸ਼ਟ ਆਤਮਾ ਦਾ ਅੱਡਾ, ਅਤੇ ਹਰ ਭ੍ਰਿਸ਼ਟ ਆਤਮਾ ਘਿਨੌਣੇ ਪੰਛੀਆਂ ਦਾ ਅੱਡਾ, ਕਿਉਂ ਜੋ ਹਰਾਮਕਾਰੀ ਦੇ ਕ੍ਰੋਧ ਤੋਂ ਮੈਂ ਤੋਂ ਹੈ, ਅਤੇ ਸਾਰੀਆਂ ਕੌਮਾਂ ਨੇ ਪੀਤਾ। ਅਤੇ ਧਰਤੀ ਦੇ ਰਾਜਿਆਂ ਨੇ ਉਹਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹਦੇ ਨਾਲ ਤਰਾਤਰੀ ਭੋਗਦੇ ਅਤੇ ਵਿਲਾਸ ਦੇ ਕਾਰਨ ਕਈ ਤਣੀ ਹੋ ਗਏ। ਮੈਂ ਇੱਕ ਹੋਰ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਮੇਰੀ ਪਰਜਾ ਉਹਦੇ ਵਿੱਚੋਂ ਨਿਕਲ ਆਓ, ਮਤੇ ਤੁਸੀਂ ਉਹਦੇ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹਦੀਆਂ ਬਵਾਂ ਦੇ ਸਾਂਝੀ ਹੋਵੋ। ਉਹਦੇ ਪਾਪ ਤਾਂ ਆਕਾਸ਼ ਨੂੰ ਉੱਪੜ ਪਏ ਹਨ, ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਕੁਧਰਮ ਚੇਤੇ ਕਰਦੇ ਹਨ, ਅਤੇ ਜਿਵੇਂ ਉਹਨਾਂ ਨੇ ਵਰਤਿਆ ਤਿਵੇਂ ਹੀ ਉਹਦੇ ਨਾਲ ਵਰਤੋ, ਸਗੋਂ ਜਿਵੇਂ ਉਹਦੇ ਕੰਮਾਂ ਦੇ ਅਨੁਸਾਰ ਉਹਨੂੰ ਦੂਣਾ ਬਦਲਾ ਦਿਓ। ਜਿਹੜਾ ਪਿਆਲਾ ਉਹਨੇ ਭਰਿਆ ਹੈ, ਤੁਸੀਂ ਉਸ ਵਿੱਚ ਉਹਦੇ ਲਈ ਦੂਣਾ ਭਰ ਦਿਓ। ਜਿੰਨੀ ਉਹਨੇ ਆਪਣੀ ਵਡਿਆਈ ਕੀਤੀ ਅਤੇ ਭੋਗ ਵਿਲਾਸ ਕੀਤਾ, ਉਹਨਾਂ ਨੂੰ ਕਸ਼ਟ ਅਤੇ ਸੋਗ ਪਹੁੰਚਾਓ, ਕਿਉਂ ਜੋ ਆਪਣੇ ਜੀਵ ਵਿੱਚ ਇਹ ਆਖਦੀ ਹੈ, ਮੈਂ ਤਾਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਅਤੇ ਨਾ ਕਦੀ ਸੋਗ ਵੇਖਾਂਗੀ। ਅਤੇ ਇਹ ਕਰਕੇ ਉਹਦੀਆਂ ਬਵਾਂ ਵਿੱਚੋਂ ਇੱਕ ਦਿਨ ਆ ਪੈਣਗੀਆਂ, ਅਤੇ ਮੌਤ ਅਤੇ ਸੋਗ ਅਤੇ ਕਾਲ ਅਤੇ ਉਹ ਅੱਗ ਦੀ ਪਸੰਦ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ਵਰ, ਜੋ ਉਸ ਦਾ ਨਿਆਂ ਕਰਦਾ ਹੈ। ਧਰਤੀ ਦੇ ਰਾਜੇ ਜਿਨ੍ਹਾਂ ਨੇ ਉਹਦੇ ਨਾਲ ਹਰਾਮਕਾਰੀ ਅਤੇ ਭੋਗ ਵਿਲਾਸ ਕੀਤਾ ਹੈ, ਜਿਸ ਵੇਲੇ ਉਸ ਦੇ ਮੁੜਨ ਅਤੇ ਧੂੰਆਂ ਵੇਖਣਗੇ, ਅਤੇ ਉਹ ਰੋਣਗੇ ਅਤੇ ਪਿੱਟਣਗੇ, ਅਤੇ ਉਹਦੇ ਕਸ਼ਟ ਪਿੱਛੋਂ ਉਹਦੇ ਡਰ ਦੇ ਮਾਰੇ ਦੂਰ ਖਲੋ ਕੇ ਆਖਣਗੇ, ਹਾਏ ਹਾਏ ਹੈ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ, 1 ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ। ਧਰਤੀ ਦੇ ਵਪਾਰੀ ਉਹਨੂੰ ਰੋਂਦੇ ਅਤੇ ਕਰਲਾਉਂਦੇ ਹਨ, ਕਿਉਂ ਜੋ ਹੁਣ ਉਹਨਾਂ ਦਾ ਮਾਲ ਕੋਈ ਨਹੀਂ ਲੈਂਦਾ, ਅਰਥਾਤ ਮਾਲ ਸੋਨੇ ਚਾਂਦੀ ਅਤੇ ਜਵਾਹਰ ਅਤੇ ਮੋਤੀਆਂ ਅਤੇ ਕਤਾਨ ਅਤੇ ਬੈਂਗਨੀ ਰੇਸ਼ਮੀ ਅਤੇ ਕਿਰਮਚੀ ਕੱਪੜਿਆਂ ਦਾ ਹੈ, ਅਤੇ ਹਰ ਪ੍ਰਕਾਰ ਦੀ ਸੁਗੰਧ ਅਤੇ ਲੱਕੜੀ ਅਤੇ ਹਾਥੀ ਦੰਦ ਅਤੇ ਹਰੇਕ ਵਸਤੂ ਭਾਰੇ ਮੁੱਲ ਦੇ ਕਾਠ, ਪਿੱਤਲ ਅਤੇ ਲੋਹੇ ਦੇ ਸੰਖ ਅਤੇ ਮਰਮਰ ਅਤੇ ਹਰੇਕ ਵਸਤ ਅਤੇ ਦਾਲ ਚੀਨੀ, ਮਸਾਲੇ, ਧੂਫ, ਮੁਰ, ਲੋਬਾਨ, ਮੈਂ, ਤੇਲ, ਮੈਦਾ, ਕਣਕ, ਡੰਗਰ,
ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ। ਤੇਰੇ ਮਨ ਪਾਉਂਦੇ ਫਲ ਤੈਥੋਂ ਦੂਰ ਹੋ ਜਾਣਗੇ। ਤੇਰੀਆਂ ਸਾਰੀਆਂ ਥੰਪੀਆਂ ਅਤੇ ਭੜਕੀਲੀਆਂ ਵਸਤਾਂ ਤੈਥੋਂ ਜਾਂਦੀਆਂ ਰਹੀਆਂ, ਹੁਣ ਤੂੰ ਕਦੇ ਨਾ ਲੱਭਣਗੀਆਂ। ਇਹਨਾਂ ਵਸਤਾਂ ਦੇ ਵਪਾਰੀ ਜਿਹੜੇ ਉਹਦੇ ਰਾਹੀਂ ਧਨਵਾਨ ਹੋਏ ਸਨ, ਉਸ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖਲੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ, ਹਾਏ ਹਾਏ ਇਸ ਵੱਡੀ ਨਗਰੀ ਨੂੰ, ਜਿਹੜੀ ਕਤਾਨ, ਬੈਂਗਣੀ ਅਤੇ ਕਿਰਮਚੀ ਵਸਤਰ ਪਹਿਨੀ ਸੀ ਅਤੇ ਸੋਨੇ, ਜਵਾਹਰ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ, ਕਿਉਂ ਜੋ ਇੰਨਾ ਸਾਰਾ ਧਨ ਇਕੱਠਾ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ। ਅਤੇ ਹਰੇਕ ਮਲਾਹਾਂ ਦਾ ਸਿਰਕਦਾ ਅਤੇ ਹਰ ਕੋਈ ਜਹਾਜ਼ਾਂ ਨੂੰ ਆਪਣੇ ਕਿਧਰੇ ਕਿਧਰੇ ਫੇਰਦਾ ਅਤੇ ਮਲਾਹਾਂ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਕਮਾਉਂਦੇ ਸਨ, ਸਭ ਦੂਰ ਖਲੋਤੇ ਅਤੇ ਉਹਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ, ਭਈ ਕਿਹੜਾ ਹੈ ਇਸ ਵੱਡੀ ਨਗਰੀ ਦੇ ਤੁਲ। ਅਤੇ ਉਹ ਆਪਣੇ ਸਿਰਾਂ ਉੱਤੇ ਖੇ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ, ਜਿੱਥੇ ਸਮੁੰਦਰੀ ਜਹਾਜ਼ ਵਾਲੇ ਅਤੇ ਧਨ ਦੇ ਸਾਰੇ ਧਨੀ ਹੋ ਗਏ ਅਤੇ ਇੱਕ ਘੰਟੇ ਵਿੱਚ ਬਰਬਾਦ ਹੋ ਗਈ। ਅਤੇ ਸਵਰਗ ਦੇ ਹੇ ਸੰਤੋ ਰਸੂਲੋ ਅਤੇ ਨਬੀਓ, ਉਹਦੀ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ਵਰ ਨੇ ਨਿਆਂ ਕਰਕੇ ਤੁਹਾਡਾ ਬਦਲਾ ਲੈ ਲਿਆ ਹੈ। ਅਤੇ ਇੱਕ ਬਲੀ ਦੂਤ ਨੇ ਉਹਨੂੰ ਪੱਥਰ ਦੇ ਵੱਡੇ ਖਰਾਸ ਦੇ ਪੁੜ ਵਿੱਚ ਜਿਹੜਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ ਅਤੇ ਫਿਰ ਉਹ ਕਦੀ ਪਤਾ ਨਾ ਲੱਗੇਗਾ। ਰਬਾਬੀਆਂ ਦੀ ਆਵਾਜ਼ ਅਤੇ ਗਵਈਆਂ ਦੀ ਅਤੇ ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੂਰੀ ਫੂਕਣ ਵਾਲਿਆਂ ਦੀ ਅਤੇ ਤੇਰੇ ਵਿੱਚ ਕਦੇ ਫਿਰ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਅਤੇ ਤੇਰੇ ਵਿੱਚ ਕੋਈ ਕਦੇ ਨਾ ਲੱਭੇਗਾ। ਚੱਕੀ ਆਵਾਜ਼ ਤੇਰੇ ਵਿੱਚ ਹੈ ਅਤੇ ਕਦੀ ਤੇਰੀ ਨਾ ਸੁਣੀ ਜਾਵੇਗੀ। ਅਤੇ ਦੀਵੇ ਦੀ ਲੋ ਤੇਰੇ ਵਿੱਚ ਹੈ, ਫਿਰ ਕਦੇ ਨਾ ਚਮਕੇਗੀ। ਲਾੜੀ ਅਤੇ ਲਾੜੇ ਦੀ ਆਵਾਜ਼ ਅਤੇ ਤੇਰੇ ਵਿੱਚ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਧਰਤੀ ਤੇ ਮਹਾਂਪੁਰਖ ਸਨ ਅਤੇ ਸਾਰੀਆਂ ਕੌਮਾਂ ਤੇਰੀ ਜਾਦੀਗਰੀ ਨਾਲ ਭਰਮਾਈਆਂ ਗਈਆਂ ਅਤੇ ਨਵੀਆਂ ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਹਨ ਕੋਏ ਗਏ ਸਨ, ਉਹਨਾਂ ਦੇ ਵਿੱਚ ਪਾਇਆ ਗਿਆ। ਹਾਲੇਲੂਇਆ, ਵਫਾਦਾਰ ਅਤੇ ਸੱਚੇ। 19ਵਾਂ ਬਾਪ। ਇਹਦੇ ਮਗਰੋਂ ਮੈਂ ਸਵਰਗ ਵਿੱਚ ਇੱਕ ਵੱਡੀ ਭੀੜ ਅਤੇ ਇਹ ਆਵਾਜ਼ ਇਹ ਆਖਦੇ ਸੁਣੀ, ਹਾਲੇਲੂਇਆ, ਮੁਕਤੀ, ਮਹਿਮਾ ਅਤੇ ਸਮਰਥਾ ਸਾਡੇ ਪਰਮੇਸ਼ਵਰ ਦੀ ਹੈ। ਉਹਦੇ ਨਿਆਂ ਤਾਂ ਸੱਚੇ ਅਤੇ ਯਥਾਰਥ ਹਨ, ਇਸ ਲਈ ਜੋ ਉਹ ਵੱਡੀ ਕੰਜਰੀ ਦਾ ਅਤੇ ਜਿਨ੍ਹੇ ਉਸ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਹੱਥੋਂ ਲੈ ਲਿਆ। ਅਤੇ ਦੂਜੀ ਵਾਰ ਬੋਲੇ, ਹਾਲੇਲੂਇਆ, ਉਹਦਾ ਧੂੰਆਂ ਜੁਗੋ ਜੁਗ ਪਿਆ ਉੱਠਦਾ ਹੈ। ਤਾਂ ਉਹ 24 ਬਜ਼ੁਰਗ ਔਰ 4 ਜੰਤੂ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਾਲੇਲੂਇਆ। ਸਿੰਘਾਸਨ ਵੱਲੋਂ ਇੱਕ ਇਹ ਆਵਾਜ਼ ਆਖਦੇ ਨਿਕਲੀ, ਤੁਸੀਂ ਸਭ ਉਹਨੂੰ ਦਿਓ ਅਤੇ ਦਾਸੋਂ ਕੀ, ਛੋਟੇ ਕੀ, ਵੱਡੇ ਕੀ, ਜਿਹੜੇ ਉਸ ਤੋਂ ਭੈ ਕਰਦੇ ਹਨ, ਸੋ ਪਰਮੇਸ਼ਵਰ ਦੀ ਉਸਤਤ ਕਰੋ। ਤਾਂ ਮੈਂ ਵੱਡੀ ਭੀੜ ਅਤੇ ਇੱਕ ਆਵਾਜ਼ ਜਿਹੀ ਅਤੇ ਬਾਹਲੀਆਂ ਪਾਣੀਆਂ ਦੀ ਆਵਾਜ਼ ਜਿਹੀ ਸੁਣੀ ਅਤੇ ਬੱਦਲ ਦੀਆਂ ਡਾਢਾਂ ਗਰਜੀਆਂ ਦੀ ਆਵਾਜ਼ ਸੁਣੀ ਅਤੇ ਜੋ ਇਹ ਆਖਦੀ ਸੀ, ਹਾਲੇਲੂਇਆ, ਪ੍ਰਭੂ ਸਾਡਾ ਪਰਮੇਸ਼ਵਰ ਸਰਵ ਸ਼ਕਤੀਮਾਨ ਰਾਜ ਕਰਦਾ ਹੈ। ਆਓ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ ਹੈ ਅਤੇ ਉਸ ਦੀ ਲਾੜੀ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਅਤੇ ਉਸ ਨੂੰ ਇਹ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੋਸ਼ਾਕ ਪਾਵੇ ਅਤੇ ਕਤਾਨ ਸੰਤਾਂ ਦਾ ਧਰਮੀ ਕੰਮ ਹੈ। ਅਤੇ ਉਹਨੇ ਮੈਨੂੰ ਆਖਿਆ, ਲਿਖ, ਧਨ ਹੈ ਉਹ ਜਿਹੜੇ ਲੇਲੇ ਦੇ ਵਿਆਹ ਵਿੱਚ ਦਾਉਤ ਵਿੱਚ ਸੱਦੇ ਹੋਏ ਹਨ। ਅਤੇ ਉਸਨੇ ਮੈਨੂੰ ਆਖਿਆ, ਭਈ ਇਹ ਪਰਮੇਸ਼ਵਰ ਦੀਆਂ ਸੱਚੀਆਂ ਗੱਲਾਂ ਹਨ ਅਤੇ ਉਹ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹਦੇ ਚਰਨੀ ਪਿਆ ਹਾਂ। ਅਤੇ ਉਸਨੇ ਮੈਨੂੰ ਆਖਿਆ ਹੈ, ਇਉਂ ਨਾ ਕਰ, ਮੈਂ ਤਾਂ ਤੇਰੇ ਭਰਾਵਾਂ ਨੂੰ ਜਿਹੜੇ ਯਿਸੂ ਦੇ ਸਾਖੀ ਭਰਦੇ ਹਨ ਉਹਨਾਂ ਦਾ ਦਾਸ ਹਾਂ। ਪਰਮੇਸ਼ਵਰ ਨੂੰ ਮੱਥਾ ਟੇਕ, ਯਿਸੂ ਦੀ ਗਵਾਹੀ ਤਾਂ ਅੰਗਾਂ ਵਾਂਗ ਦੀ ਰੂਹ ਹੈ। ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਡਿੱਠਾ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਅਤੇ ਉਹਦਾ ਸਵਾਰ ਵਫਾਦਾਰ ਅਤੇ ਸੱਚਾ ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਨਾਲ ਯੁੱਧ ਕਰਦਾ ਹੈ। ਅਤੇ ਉਸ ਦੀਆਂ ਅੱਖਾਂ ਅਗਨ ਦੀ ਲਾਟ ਵਰਗੀਆਂ ਹਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹਦਾ ਨਾਮ ਇੱਕ ਲਿਖਿਆ ਗਿਆ ਹੋਇਆ ਸੀ ਅਤੇ ਉਸ ਦੇ ਬਿਨਾਂ ਹੋਰ ਕੋਈ ਨਾ ਜਾਣਦਾ। ਅਤੇ ਇੱਕ ਵਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਉਸ ਦਾ ਨਾਮ ਪਰਮੇਸ਼ਵਰ ਦਾ ਸ਼ਬਦ ਅਖਵਾਉਂਦਾ ਹੈ, ਜਿਹੜੀਆਂ ਫੌਜਾਂ ਸਰਦਾਰ ਵਿੱਚ ਅਤੇ ਸਵਰਗ ਵਿੱਚ ਹਨ। ਅਤੇ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੇ ਹੋਏ ਨੁਕਰਿਆਂ ਘੋੜਿਆਂ ਉੱਤੇ ਉਹਦੇ ਮਗਰ ਆਉਂਦੀਆਂ ਸਨ। ਅਤੇ ਉਹਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ।
ਉਹ ਉਸ 'ਤੇ ਸਾਰੀਆਂ ਕੌਮਾਂ ਨੂੰ ਮਾਰੇ ਅਤੇ ਲੋਹੇ ਦੇ ਡੰਡੇ ਨਾਲ ਉਸ ਉੱਤੇ ਹਕੂਮਤ ਕਰੇਗਾ। ਅਤੇ ਉਹ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਅੱਡ ਅਤੇ ਕ੍ਰੋਧੀ ਮੈਨੂੰ ਚਬੂਚੇ ਨਾਲ ਲਿਤਾੜਦਾ ਹੈ ਅਤੇ ਉਸ ਦੇ ਵਸਤਰ ਔਰ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਮੈਂ ਇੱਕ ਦੂਤ ਨੂੰ ਸੂਰਜ ਵੱਲ ਵਿੱਚ ਖਲੋਤਾ ਹੋਇਆ ਵੇਖਿਆ ਅਤੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਆਕਾਸ਼ ਵਿੱਚ ਉੱਡਦੇ ਸਨ ਵੱਡੀ ਆਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਓ ਚੱਲੀਏ ਅਤੇ ਪਰਮੇਸ਼ਵਰ ਦੀ ਵੱਡੀ ਦਾਵਤ ਵਿੱਚ ਇਕੱਠੇ ਹੋਈਏ। ਭਾਈ ਤੁਸੀਂ ਰਾਜਿਆਂ ਦਾ ਮਾਸ, ਫੌਜਾਂ ਦੀ ਸਰਦਾਰ ਦਾ ਮਾਸ, ਮਹਾਬਲੀਆਂ ਦਾ ਮਾਸ, ਘੋੜਿਆਂ ਨਾਲੇ ਉਹਨਾਂ ਦੇ ਸਵਾਰਾਂ ਦਾ ਮਾਸ, ਕੀ ਆਜ਼ਾਦਾਂ, ਕੀ ਗੁਲਾਮਾਂ, ਕੀ ਛੋਟਿਆਂ, ਕੀ ਵੱਡਿਆਂ ਦਾ ਸਭਨਾਂ ਦਾ ਮਾਸ ਛਕੋ। ਫਿਰ ਮੈਂ ਉਹਨਾਂ ਨੂੰ ਵੇਖਿਆ ਅਤੇ ਉਹ ਦਰਿੰਦਾ ਜਿਹੜਾ ਧਰਤੀ ਦੇ ਰਾਜੇ ਅਤੇ ਉਹਨਾਂ ਦੀਆਂ ਫੌਜਾਂ ਇਕੱਠੀਆਂ ਕਰਨ ਵਿੱਚ ਭਾਈ ਉਹਨਾਂ ਦਾ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹਦੀ ਫੌਜ ਨਾਲ ਯੁੱਧ ਕਰਨ। ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹਦੇ ਨਾਲ ਝੂਠਾ ਨਬੀ ਵੀ, ਅਤੇ ਉਹਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸਨੇ ਪਰਮਾ ਛੱਡਿਆ ਸੀ, ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲਵਾਇਆ ਸੀ, ਨਾਲੇ ਉਹਨਾਂ ਨੂੰ ਜਿਹੜੇ ਉਹਦੀ ਮੂਰਤੀ ਪੂਜਾ ਕਰਦੇ ਸਨ। ਏਦੋਂ ਅੱਗੇ ਉਹ ਅੱਗ ਦੀ ਝੀਲ ਵਿੱਚ ਜਿਹੜੀ ਅੱਗ ਨਾਲ ਗੰਧਕ ਨਾਲ ਬਣਦੀ ਹੈ ਅਤੇ ਜਿਉਂਦੇ ਹੀ ਜੀ ਸੁੱਟੇ ਗਏ ਅਤੇ ਉਹ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਦੇ ਨਾਲ ਉਹਦੇ ਮੂੰਹ ਵਿੱਚੋਂ ਨਿਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ। 20ਵਾਂ ਬਾਬ। ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਆਕਾਸ਼ੋਂ ਉਤਰਦੇ ਵੇਖਿਆ ਅਤੇ ਉਹਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਹੈ ਅਤੇ ਸ਼ੈਤਾਨ ਹੈ ਫੜਿਆ ਅਤੇ 1000 ਵਰ੍ਹੇ ਤੀਕਰ ਉਹਨੂੰ ਜਕੜ ਰੱਖਿਆ ਅਤੇ ਉਹਨੂੰ ਅਥਾਹ ਕੁੰਡ ਵਿੱਚ ਸੁੱਟਿਆ ਗਿਆ ਅਤੇ ਇਹਨੂੰ ਮੁੰਦ ਕੇ ਉਹਦੇ ਉੱਤੇ ਮੋਹਰ ਲਾਈ ਪਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਕਰ 1000 ਵਰ੍ਹਾ ਪੂਰਾ ਨਾ ਹੋ ਲਵੇ। ਅਤੇ ਇਹਦੇ ਮਗਰੋਂ ਜ਼ਰੂਰ ਹੈ ਪਈ ਉਹ ਥੋੜ੍ਹੇ ਚਿਰ ਲਈ ਛੱਡਿਆ ਜਾਵੇ। ਮੈਂ ਗੱਦੀਆਂ ਵੇਖੀਆਂ ਅਤੇ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਖਤਿਆਰ ਦਿੱਤਾ ਗਿਆ ਅਤੇ ਮੈਂ ਉਹਨਾਂ ਨੂੰ ਜੀਵਾਂ ਨੂੰ ਵੇਖਿਆ ਅਤੇ ਜਿਨ੍ਹਾਂ ਦੇ ਸਿਰ ਉੱਤੇ ਯਿਸੂ ਦੀ ਗਵਾਹੀ ਦੇ ਕਾਰਨ ਪਰਮੇਸ਼ਵਰ ਦੇ ਵਚਨ ਕਰਕੇ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹਦੀ ਮੂਰਤੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ। ਉਹ ਜੀ ਉੱਠੇ ਅਤੇ 1000 ਵਰ੍ਹੇ ਮਸੀਹ ਦੇ ਨਾਲ ਰਾਜ ਕਰਦੇ ਰਹੇ। ਬਾਕੀ ਦੇ ਮੁਰਦੇ 1000 ਵਰ੍ਹੇ ਦੇ ਪੂਰੇ ਹੋਣ ਤੀਕਰ ਨਾ ਜੀ ਉੱਠੇ। ਇਹ ਪਹਿਲੀ ਕਿਆਮਤ ਹੈ। ਧੰਨ ਹੈ ਉਹ ਜਿਹੜਾ ਪਵਿੱਤਰ ਅਤੇ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ। ਇਹਨਾਂ ਉੱਤੇ ਦੂਜੀ ਮੌਤ ਦਾ ਕੁਝ ਵੀ ਵਸ ਨਹੀਂ, ਸਗੋਂ ਪਰਮੇਸ਼ਵਰ ਅਤੇ ਮਸੀਹ ਦਾ ਜਾਜਕ ਹੋਣਗੇ ਅਤੇ 1000 ਵਰ੍ਹੇ ਉਹਦੇ ਨਾਲ ਰਾਜ ਕਰਨਗੇ। ਜਦ ਉਹ 1000 ਵਰ੍ਹਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਦੀ ਕੈਦ ਤੋਂ ਛੱਡਿਆ ਜਾਵੇਗਾ ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਉੱਤੇ ਹਨ 4 ਕੂਟਾਂ ਵਿੱਚ ਹਨ ਅਰਥਾਤ ਗੋਂਗ ਅਤੇ ਮੰਗੋਂਗ ਨੂੰ ਭਰਮਾਉਣ ਲਈ ਨਿਕਲੇਗਾ ਅਤੇ ਉਹਨਾਂ ਨੂੰ ਯੁੱਧ ਲਈ ਇਕੱਠਾ ਕਰੇਗਾ ਅਤੇ ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇਗੀ ਅਤੇ ਜਿੰਨੀ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਨੂੰ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਆਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ ਅਤੇ ਸ਼ੈਤਾਨ ਜਿਹਨੇ ਉਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਔਰ ਜਿੱਥੇ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ ਦਿਨ ਜੁਗੋ ਜੁਗ ਉਸ ਕਸ਼ਟ ਵਿੱਚ ਭੋਗਣਗੇ। ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ ਉਹਨੂੰ ਜਿਹੜਾ ਉਸ ਉੱਤੇ ਵਿਰਾਜਮਾਨ ਸੀ ਵੇਖਿਆ ਜਿਹਦੇ ਸਾਹਮਣਿਓਂ ਧਰਤੀ ਅਤੇ ਆਕਾਸ਼ ਨੱਸ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ ਅਤੇ ਜਿਹਨੂੰ ਮੈਂ ਮੁਰਦਿਆਂ ਨੂੰ ਕੀ ਛੋਟੇ ਕੀ ਵੱਡੇ ਸਿੰਘਾਸਨ ਨੂੰ ਅੱਗੇ ਖਲੋਤਿਆ ਵੇਖਿਆ ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਹਰੇਕ ਪੋਥੀ ਵਿੱਚ ਜਿਹੜੀ ਜੀਵਨ ਦੀ ਪੋਥੀ ਖੋਲ੍ਹੀ ਗਈ ਸੀ ਅਤੇ ਮੁਰਦਿਆਂ ਦੇ ਨਾਂ ਪੋਥੀਆਂ ਵਿੱਚ ਲਿਖਿਆ ਹੋਇਆ ਅਤੇ ਗੱਲਾਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਅਤੇ ਸਮੁੰਦਰ ਦੇ ਮੁਰਦੇ ਅਤੇ ਜਿਹੜੇ ਉਹਦੇ ਵਿੱਚ ਮੋਏ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਜਿਹੜੇ ਮੁਰਦੇ ਉਹਨਾਂ ਵਿੱਚ ਮੋਏ ਸਨ ਮੋੜ ਦਿੱਤੇ ਅਤੇ ਹਰੇਕ ਦਾ ਨਿਆਂ ਉਹਨਾਂ ਦੀ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ। ਅਤੇ ਜੇ ਕੋਈ ਜੀਵਨ ਦੀ ਵਿਉਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ। 21ਵਾਂ ਬਾਬ। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਂਹ ਨੂੰ ਸਮੁੰਦਰ ਹੈ ਹੀ ਨਹੀਂ ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਵੇ ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ। ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ, ਭਾਈ ਵੇਖ, ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ
ਅਤੇ ਉਸ ਦੀ ਪ੍ਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਜੂ ਪੂੰਝ ਸੁੱਟੇਗਾ ਅਤੇ ਹੁਣ ਅਗਾਂਹ ਨੂੰ ਮੌਤ ਨਾ ਹੋਵੇਗੀ, ਨਾ ਸੋਗ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਤਾਂ ਉਹਨੇ ਆਖਿਆ, ਲਿਖ, ਕਿਉਂ ਜੋ ਇਹ ਵਚਨ ਨੇਚਾ ਅਤੇ ਜੋਗ ਅਤੇ ਸੱਚ ਹੈ। ਅਤੇ ਉਸਨੇ ਮੈਨੂੰ ਆਖਿਆ, ਹੋ ਗਿਆ। ਤਾਂ ਮੈਂ ਅਲਫਾ ਅਤੇ ਮੇਗਾ ਅਤੇ ਆਦਿ ਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਉਹਨੂੰ ਮੈਂ ਅੰਮ੍ਰਿਤ ਜਲ ਦੇ ਸੋਤਿਆਂ ਵਿੱਚੋਂ ਮੁਫਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵਾਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਾਕਲਾਂ, ਬੇਪ੍ਰਤੀਤਿਆਂ, ਘਿਨੌਣਿਆਂ, ਖੂਨੀਆਂ, ਹਰਾਮਕਾਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਜੀ ਮੌਤ ਹੈ। ਜਿਨ੍ਹਾਂ 7 ਦੂਤਾਂ ਦੇ ਕੋਲ ਉਹ 7 ਕਟੋਰੇ ਸਨ ਅਤੇ ਉਹਨਾਂ ਨੇ ਛੇਕੜਲੀਆਂ 7 ਬਵਾਂ ਨੂੰ ਲਾਏ ਹੋਏ ਸਨ ਅਤੇ ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ ਅਤੇ ਮੈਨੂੰ ਲਾੜੀ ਵਹਾ। ਅਤੇ ਜਿਹੜੇ ਪਤਨੀ ਸੀ ਅਤੇ ਉਹਨੇ ਮੈਨੂੰ ਆਤਮਾ ਵਿੱਚ ਕਿੱਡੇ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਹਨੇ ਮੈਨੂੰ ਪਵਿੱਤਰ ਨਗਰੀ ਯਰੂਸ਼ਲਮ ਦੇ ਕੋਲੋਂ ਪਰਮੇਸ਼ਵਰ ਦੇ ਕੋਲੋਂ ਆਕਾਸ਼ੀ ਉੱਤਰਦੀ ਮੈਨੂੰ ਵਿਖਾਇਆ ਅਤੇ ਜਿਸ ਵਿੱਚ ਪਰਮੇਸ਼ਵਰ ਦਾ ਤੇਜ ਸੀ। ਉਸ ਦੀ ਜੋਤ ਅਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ, ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈ ਨਿਰਮਲ ਹੋਵੇ। ਅਤੇ ਉਹਦੀ ਵੱਡੀ ਅਤੇ ਉੱਚੀ ਸਫੀਲ ਹੈ ਅਤੇ ਉਹ 12 ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਵਿੱਚ 12 ਦੂਤ ਅਤੇ ਉਹਨਾਂ ਦੇ ਨਾਂ ਲਿਖੇ ਹੋਏ ਸਨ ਅਤੇ ਇਸਰਾਏਲ ਦੇ ਵੰਸ਼ ਦੀਆਂ 12 ਗੋਤਾਂ ਦੇ ਨਾਂ ਸਨ। ਅਤੇ ਚੜ੍ਹਦੇ ਵੱਲ 3 ਦਰਵਾਜ਼ੇ ਅਤੇ ਉੱਤਰ ਵੱਲ 3 ਦਰਵਾਜ਼ੇ ਅਤੇ ਦੱਖਣ ਵੱਲ 3 ਦਰਵਾਜ਼ੇ ਅਤੇ ਲਹਿੰਦੇ ਵੱਲ 3 ਦਰਵਾਜ਼ੇ ਸਨ। ਅਤੇ ਉਹਨਾਂ ਉੱਤੇ ਨਗਰੀ ਸਫੀਲ ਦੀਆਂ 12 ਨੀਹਾਂ ਉੱਤੇ ਸਨ ਅਤੇ ਉਹਨਾਂ ਉੱਤੇ ਲੇਲੇ ਦੇ 12 ਸੂਲਾਂ ਦੇ ਨਾਂ ਸਨ। ਅਤੇ ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਉਸਨੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਅਤੇ ਉਸਨੇ ਉਸ ਨਗਰੀ ਨੂੰ ਜਿਹੜੇ ਉਹਦੇ ਦਰਵਾਜ਼ਿਆਂ ਉੱਦੀ ਸੀ ਅਤੇ ਉਸ ਦੀ ਸਫੀਲ ਦੀ ਮਿਣਤੀ ਕਰੇ ਅਤੇ ਉਸ ਨਗਰੀ ਨੂੰ ਚੌਕਸ ਬਣਾਏ ਅਤੇ ਜਿੰਨੀ ਉਹਦੀ ਚੌੜਾਈ ਸੀ ਓਨੀ ਹੀ ਉਹਦੀ ਲੰਬਾਈ ਅਤੇ ਨਗਰੀ ਨੂੰ ਕਾਨੇ ਨਾਲ ਮਿਲਿਆ ਅਤੇ 1100 ਕੋਹ ਨਿਕਲੀ ਅਤੇ ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ। ਅਤੇ ਉਸਨੇ ਉਹਦੀ ਸਫੀਲ ਦੀ ਅਤੇ ਮਨੁੱਖ ਦੀ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਉਹ 144 ਹੱਥ ਨਿਕਲੀ ਅਤੇ ਉਹਦੀ ਸਫੀਲ ਦੀ ਚਿਨਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ, ਸਾਫ਼ ਸ਼ੀਸ਼ੇ ਦੀ ਨਿਆਈ। ਉਸ ਨਗਰੀ ਵਿੱਚ ਸਫੀਲ ਦੀਆਂ ਨੀਹਾਂ ਹਰ ਪ੍ਰਕਾਰ ਦੇ ਜਵਾਹਰ ਅਤੇ ਜੜੀਆਂ ਹੋਈਆਂ ਸਨ ਅਤੇ ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਧੀਆ ਦੀ, ਅਕੀਕ ਦੀ, ਚੌਥੀ ਪੰਨੇ ਦੀ, ਪੰਜਵੀਂ ਸੁਲੇਮਾਨੀ ਦੀ, 6ਵੀਂ ਲਾਲ ਦੀ ਅਤੇ 7ਵੀਂ ਜਬਰ ਦੀ ਅਤੇ 8ਵੀਂ ਬਹਿਰੁਜ਼ ਦੀ, 9ਵੀਂ ਸੁਨਹਿਰੇਲੀ ਦੀ ਅਤੇ 10ਵੀਂ ਅਕੀਕ ਦੀ ਅਤੇ 11ਵੀਂ ਜਕਰਨ ਦੀ, 12ਵੀਂ ਕਟਹਿਰਲੇ ਦੀ ਅਤੇ 12 ਦਰਵਾਜ਼ੇ 12 ਮੋਤੀ ਸਨ ਅਤੇ ਇੱਕ ਦਰਵਾਜ਼ਾ ਅਤੇ ਇੱਕ ਮੋਤੀ ਦਾ ਸੀ। ਅਤੇ ਉਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਅਤੇ ਨਿਰਮਲ ਸ਼ੀਸ਼ੇ ਵਰਗਾ। ਅਤੇ ਮੈਂ ਉਸ ਵਿੱਚੋਂ ਹੈਕਲ ਨਾ ਵੇਖੀ, ਕਿਉਂ ਜੋ ਪ੍ਰਭੂ ਸਰਵ ਸ਼ਕਤੀਮਾਨ ਅਤੇ ਲੇਲਾ ਉਹਦੀ ਹੈਕਲ ਹੈ। ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ, ਇਸ ਲਈ ਭਾਈ ਉਹ ਚਮਕਣ ਉੱਤੇ, ਕਿਉਂ ਜੋ ਪਰਮੇਸ਼ਵਰ ਦੇ ਤੇਜ ਨੇ ਉਹਨਾਂ ਨੂੰ ਚਾਨਣ ਕੀਤਾ ਅਤੇ ਲੇਲੇ ਦੀ ਜੋਤ। ਅਤੇ ਕੌਮਾਂ ਦੇ ਉੱਤੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਸਾਰੀ ਧਰਤੀ ਦੇ ਉੱਤੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੀਆਂ ਅਤੇ ਉਸ ਦੇ ਦਰਵਾਜ਼ੇ ਨੂੰ ਕਦੇ ਬੰਦ ਨਾ ਹੋਣਗੇ, ਕਿਉਂ ਜੋ ਰਾਤ ਉੱਥੇ ਹੋਣੀ ਨਹੀਂ। ਅਤੇ ਕੌਮਾਂ ਦੀ ਸ਼ਾਨ ਅਤੇ ਮਾਣ ਉਸ ਵਿੱਚ ਲਿਆਉਣਗੇ, ਪਰ ਕੋਈ ਅਪਵਿੱਤਰ ਵਸਤੂ ਜਾਂ ਘਿਨੌਣਾ ਜਾਂ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜਨਗੇ, ਪਰ ਨਿਰੇ ਉਹ ਜਿਹੜੇ ਲੇਲੇ ਦੀ ਪੋਥੀ ਵਿੱਚ ਲਿਖੇ ਹੋਏ ਹਨ। 22ਵਾਂ ਬਾਬ। ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉੱਜਲ ਅਤੇ ਪਰਮੇਸ਼ਵਰ ਦੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਅਤੇ ਉਸ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਵ੍ਰਿਕਸ਼ ਹੈ ਅਤੇ ਜਿਹਨੂੰ 12 ਪ੍ਰਕਾਰ ਦੇ ਫਲ ਲੱਗੇ ਸਨ ਅਤੇ ਉਹਨਾਂ ਦਾ ਫਲ ਮਹੀਨਾ ਦਿੰਦਾ ਹੈ ਅਤੇ ਉਹ ਵ੍ਰਿਕਸ਼ ਦੇ ਪੱਤੇ ਕੌਮਾਂ ਦਾ ਇਲਾਜ ਲਈ ਹਨ। ਅਤੇ ਹੁਣ ਅਗਾਂਹ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਨਾ ਪਰਮੇਸ਼ਵਰ ਦੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ। ਅਤੇ ਉਸ ਦਾਸ ਤੇਰੀ ਜਿਹੜੀ ਉਪਾਸਨਾ ਕਰਨਗੇ ਉਸ ਦਾ ਦਰਸ਼ਨ ਪਾਉਣਗੇ, ਪਰ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਹੁਣ ਅਗਾਂਹ ਨੂੰ ਰਾਤ ਨਾ ਹੋਵੇਗੀ, ਨਾ ਉਹਨਾਂ ਨੂੰ ਦੀਵੇ ਦੀ ਲੋੜ, ਨਾ ਸਗੋਂ ਸੂਰਜ ਦੀ, ਨਾ ਚੰਨ ਦੀ ਲੋੜ ਹੋਵੇਗੀ, ਕਿਉਂ ਜੋ ਪ੍ਰਭੂ ਪਰਮੇਸ਼ਵਰ
ਉਹਨਾਂ ਦਾ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਫਿਰ ਉਸਨੇ ਮੈਨੂੰ ਆਖਿਆ, ਇਹ ਵਚਨ ਨੇਚਾ ਅਤੇ ਜੋਗ ਅਤੇ ਸੱਚ ਹੈ ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੇ ਆਤਮਾ ਦਾ ਪਰਮੇਸ਼ਵਰ ਹੈ ਆਪਣਾ ਦੂਤ ਘੱਲਿਆ ਭਈ ਗੱਲਾਂ ਛੇਤੀਆਂ ਹੋਣੀਆਂ ਹਨ, ਸੋ ਆਪਣੇ ਦਾਸਾਂ ਨੂੰ ਵਿਖਾਵੇ। ਵੇਖ ਮੈਂ ਛੇਤੀ ਆਉਂਦਾ ਹਾਂ। ਧੰਨ ਹੈ ਉਹ ਜਿਹੜਾ ਇਸ ਪੋਥੀ ਦੀਆਂ ਅੰਗਾਂ ਵਾਕ ਦੀਆਂ ਗੱਲਾਂ ਨੂੰ ਪੜ੍ਹਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ। ਮੈਂ ਹੀ ਹੁਣਾ ਉਹ ਹਾਂ ਜਿਨ੍ਹਾਂ ਗੱਲਾਂ ਦੇ ਸੁਣਿਆ ਅਤੇ ਵੇਖਿਆ, ਅਤੇ ਜਦ ਮੈਂ ਸੁਣਿਆ ਅਤੇ ਵੇਖਿਆ ਹਾਂ ਅਤੇ ਮੱਥਾ ਟੇਕਣ ਲਈ ਡਿੱਗ ਕੇ ਉਸ ਦੇ ਦੂਤ ਦੇ ਪੈਰਾਂ ਉੱਤੇ ਆ ਪਿਆ ਜਿਹਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ, ਤਦ ਉਸਨੇ ਮੈਨੂੰ ਆਖਿਆ, ਭਈ ਇਉਂ ਨਾ ਕਰ। ਤਾਂ ਮੈਂ ਆਪਣੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਉਹਨਾਂ ਦਾ ਦਾਸ ਹਾਂ ਅਤੇ ਪਰਮੇਸ਼ਰ ਨੂੰ ਮੱਥਾ ਟੇਕ। ਤਦ ਉਸਨੇ ਮੈਨੂੰ ਆਖਿਆ, ਭਈ ਇਸ ਪੋਥੀ ਦੇ ਅੰਗਾਂ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ। ਜਿਹੜਾ ਕੁਤਰਮੀ ਹੈ ਉਹ ਅਗਾਹਾਂ ਨੂੰ ਕੁਤਰਮੀ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਕਰਮ ਕਰੀ ਜਾਏ ਅਤੇ ਜਿਹੜਾ ਅਗਾਂਹ ਨੂੰ ਪਵਿੱਤਰ ਹੈ ਉਹ ਪਵਿੱਤਰ ਹੀ ਹੋਈ ਜਾਏ। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਹਰੇਕ ਨੂੰ ਜਿਹਦਾ ਜਿਸ ਕੰਮ ਹੈ ਉਸ ਨੂੰ ਤਿਹਾ ਹੀ ਬਦਲਾ ਦਿਆਂ। ਮੈਂ ਅਲਫਾ ਅਤੇ ਮੇਗਾ, ਪਹਿਲਾ ਅਤੇ ਪਿਛਲਾ ਹਾਂ, ਆਦ ਅਤੇ ਅੰਤ ਹਾਂ। ਧੰਨ ਹਨ ਉਹ ਆਪਣੇ ਵਸਤਰ ਧੋ ਲੈਂਦੇ ਹਨ ਅਤੇ ਉਹਨਾਂ ਨੂੰ ਜਿਹੜੇ ਜਿਉਣ ਨੂੰ ਬ੍ਰਿਕਸ਼ ਉੱਤੇ ਹੱਕ ਲਵੇ ਅਤੇ ਉਹ ਦਰਵਾਜ਼ਿਆਂ ਦੇ ਥਾਣੀ ਉਸ ਨਗਰੀ ਦੇ ਅੰਦਰ ਜਾਣ। ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਹੈ ਅਤੇ ਕਮਾਉਂਦਾ ਹੈ। ਮੈਂ ਯਿਸੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ। ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ। ਮੈਂ ਸਵੇਰ ਦਾ ਉਜਲ ਤਾਰਾ ਹਾਂ। ਆਤਮਾ ਦੀ ਲਾੜੀ ਆਖਦੀ ਹੈ, ਆਓ। ਜਿਹੜਾ ਸੌਂਦਾ ਹੋਵੇ ਉਹ ਕਵੇ, ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ ਅਤੇ ਜਿਹੜਾ ਚਾਹੇ ਅੰਮ੍ਰਿਤ ਜਲ ਮੈਥੋਂ ਮੁਕਤ ਲਵੇ। ਅਤੇ ਮੈਂ ਹਰ ਇੱਕ ਅੱਗੇ ਜਿਹੜਾ ਇਸ ਪੋਥੀ ਦੇ ਅੰਗਾਂ ਵਾਕ ਦੀਆਂ ਬਾਣੀਆਂ ਨੂੰ ਸੁਣਦਾ ਹੈ ਸਾਖੀ ਦਿੰਦਾ ਹਾਂ। ਜੋ ਕੋਈ ਆਪਣੇ ਵਿੱਚ ਕੁਝ ਵਧਾਵੇ ਤਾਂ ਉਹ ਬਵਾ ਪਰਮੇਸ਼ਵਰ ਦੇ ਜੋ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉੱਤੇ ਵਧਾਵੇਗਾ, ਅਤੇ ਕੋਈ ਅੰਗਾਂ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਵ੍ਰਿਕਸ਼ ਤੋਂ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਦਾ ਹਿੱਸਾ ਘਟਾਵੇਗਾ। ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ, ਭਈ ਮੈਂ ਛੇਤੀ ਆਉਂਦਾ ਹਾਂ। ਹਾਂ, ਆਮੀਨ। ਹੇ ਪ੍ਰਭੂ ਯਿਸੂ, ਆਓ। ਪ੍ਰਭੂ ਯਿਸੂ ਦੀ ਕਿਰਪਾ ਸੰਤਾਂ ਉੱਤੇ ਹੋਵੇ। ਆਮੀਨ।